बिस्मिल्लाहिर्रहमानिर्रहीम, अस्सलाम वालेकुम। प्रोग्राम तमाशा के साथ मोहम्मद आतिफ भट्टी आपकी खिदमत में हाजिर है। नाज़रीन, महंगाई बहुत चढ़ गई है ऊपर, महंगाई की शरह बहुत बढ़ गई है। सबसे ज़्यादा मुतासिर होने वाला है लेबर तबका। ये लेबर तबका जितना भी आप मेरे इर्द गिर्द, मेरे आगे पीछे हर जगह देख रहे हैं, ये वो तबका है कि जब तक ये आपके घरों में ना आए, आपके घर तक भी नहीं हो सकते, आपके प्लाजे नहीं बन सकते। लेकिन जितने अभी तक हमने प्रोग्राम्स किए हैं उसमें सबसे ज़्यादा हमें यही मालूम हुआ कि सबसे ज़्यादा अगर कोई महकमा या कोई इदारा, इसे कंस्ट्रक्शन इंडस्ट्री कहते हैं, वो मुतासिर है तो वो लेबर तबका है। क्यों? क्योंकि ये एक फ़र्द है, कोई लाहौर का है, कोई लाहौर के बाइक से आया है। इन्हीं के मुंह से, इन्हीं की ज़बानी मैं आपको सुनाऊंगा कि ये लोग किन मुश्किल हालात से गुजर रहे हैं उस वक्त जब इनकी दिहाड़ी लगे भी और उस वक्त भी जब इनकी दिहाड़ी ना लगे। और कितनी दिहाड़ी है ये भी मैं अब आपको बताऊँगा और आपको सुनाऊँगा। भाईजान अस्सलाम वालेकुम। भाई साहब की हाल है? भाई साहब गल पता की है, इंटरव्यू कोई नहीं गा, गल्लां ने ढाडियां मेरियां, ये तो असली तेरी आवाज़ किते के चली जाए। सही की हालात होए ने? हालात बहुत मुश्किल हैं सर, बहुत मुश्किल हालात है। हाँ ਜਦੋਂ ਦਾ ਲੋਨ ਲੈ ਕੇ ਘੁੰਮਤ ਹੈ ਨਾ ਸਾਡੇ ਪਹਿਲੇ ਆਉਣ ਵਾਲੇ ਨਾਲ ਸਾਡੇ ਕੋਲ ਰੋਟੀ ਛੀਣੀ ਹੈ। हाँ ਫਿਰ ਹੁਣ ਸਾਡੇ ਕੋਲ ਜੁੱਤੀ ਕਰਦਾ ਵੀ ਗਿਆ, ਬੱਤੀ ਦੇ ਬਿੱਲ ਸਾਡੇ ਕੋਲ ਇਤਨੇ ਆ ਰਹੇ ਨੇ, ਸਾਡੇ ਕੋਲ ਰੋਟੀ ਪੂਰੀ ਨਹੀਂ ਹੋ ਰਹੀ। बिल ओए होए ਸਰ ਜੀ ਅਸੀਂ ਮਿਸਤਰੀਆਂ ਦਾ ਕੰਮ ਕਰਨਾ ਹੈ, ਹਫਤੇ ਦੇ ਵਿੱਚ ਸਾਡੀ ਇੱਕ ਦਿਹਾੜੀ ਲੱਗਦੀ ਹੈ। 7 ਬੰਦੇ ਅਸੀਂ ਘਰ ਦੇ ਹੈ, ਫੈਮਿਲੀ ਦੇ ਕਿਰਾਏਦਾਰ ਘਰ ਹੈ। ਉਹਨਾਂ ਨੇ 10-11,000 ਰੁਪਏ ਬਿੱਲ ਭੇਜਿਆ ਹੈ। ਅਸੀਂ ਰੋਟੀ ਖਾਣ ਤੋਂ ਪੂਰੇ ਨਹੀਂ ਹੋ ਰਹੇ, ਕਿਰਾਇਆ ਨਹੀਂ ਦੇ ਰਹੇ, ਬਿੱਲ ਕਿਸ ਤਰ੍ਹਾਂ ਉਤਾਰਾਂਗੇ ਸਰ? ਤੇ ਇਹ ਹਾਲੇ ਦਿਹਾੜੀ ਹੈ ਕਿ ਦਿਹਾੜੀ ਲੱਗ ਗਈ ਤੇ ਠੀਕ ਹੈ, ਨਾ ਲੱਗੀ ਤੇ ਨਾ ਲੱਗੇ ਤੇ ਬੈਠੋ ਇੱਧਰ ਆਓ। ਲੱਗ ਗਈ ਤੇ ਲੱਗ ਗਈ, ਨਹੀਂ ਲੱਗੀ ਤੇ ਨਾ ਲੱਗੀ। ਸਾਡੀ ਦਿਹਾੜੀ ਤੇ ਹੈ ਹੀ ਨਹੀਂ। ਹਾਂ। ਜਿਹੜਾ ਜਾਂਦਾ ਮਿਹਨਤ ਮਜ਼ਦੂਰੀ ਵਾਸਤੇ ਉਹ ਕਹਿੰਦੇ ਜੀ 1000 ਰੁਪਏ ਲੈ ਲਓ, 500 ਰੁਪਏ ਲੈ ਲਓ। ਕੀ ਲੱਭਦਾ 1000-500? ਸਾਰਾ ਦਿਨ ਜਿਹੜਾ ਜਾ ਕੇ ਕੰਮ ਕਰੇਗਾ ਦੱਸੋ ਮੈਨੂੰ। 1000 ਦੇ ਐਵਰੇਜ ਕੱਢ ਲਓ। ਸਾਡੀ 1000 ਰੁਪਏ ਲੈ ਕੇ ਜਾਓ ਨਾ, ਕਸਮ ਜਾ ਕੇ ਤੁਸੀਂ, ਤੁਹਾਡੇ ਕੋਲ ਕਸਮ ਜਾ ਕੇ ਪੁੱਛ ਰਿਹਾ, 1000 ਰੁਪਏ ਘਰ ਦਾ ਰਾਸ਼ਨ ਲੈ ਆਓਗੇ ਤੁਸੀਂ, ਸ਼ਾਮ ਜਿਹੜੇ ਪਕਾ ਕੇ ਖਾਣਾ ਹੈ। ਮੁਸ਼ਕਿਲ ਹੈ, ਨਹੀਂ ਪਕਦਾ। ਉਹ ਸਵੇਰੇ 1000 ਰੁਪਏ ਲੈ ਕੇ ਜਾਓ ਨਾ, ਉਹ ਮੇਰੀ ਵਾਲਦਾ ਵੀ ਕਹਿ ਰਹੇ ਹੁੰਦੇ ਨੇ, ਕਹਿ ਰਹਾ ਤੇ ਜਾਂ ਤੇ ਦੁੱਧ ਆ ਗਿਆ, ਦਹੀਂ ਆ ਗਿਆ, ਅੰਡੇ ਛੰਡੇ ਆ ਗਏ ਨੇ, ਬਸ ਗੱਲ ਮੁੱਕ ਗਈ। ਬਸ ਅੱਲਾ ਇਹਨਾਂ ਕੋਈ ਕਿਸੇ ਪਾਸੇ ਲੈ ਜਾਏ ਯਾਰ, ਸਾਨੂੰ ਬੜੇ ਪਰੇਸ਼ਾਨ ਹੋ ਗਏ। ਦਿਹਾੜੀ ਨਹੀਂ ਲੱਗੀ ਨਾ ਅੱਜ? ਸਾਡੀ ਹਫਤਾ ਹੋ ਗਿਆ ਨਹੀਂ ਲੱਗੇ। ਤੇ ਫਿਰ ਕਿਵੇਂ ਗੁਜ਼ਾਰਾ ਹਫਤਾ? ਇਹ ਸਫੈਦ ਕੱਪੜੇ ਸਿਰਫ ਆਪਣੀ ਇੱਜ਼ਤ ਬਚਾਉਣ ਦੇ ਕਿਤੇ ਹਨ, ਵੀ ਆਪਣੀ ਆ ਨਹੀਂ ਜਾਣ ਦੇ ਰਿਹਾ ਹੈ ਵੀ ਅਸੀਂ ਯਾਰ ਕੀ ਹੈਗੇ। ਅੱਬਰ ਹਮ ਤੇ ਕਾਇਮ ਰਹਿ ਜਾਂਦੇ ਨਾ, ਚਲੋ ਯਾਰ ਕੱਪੜੇ ਪਾਏ ਨੇ। ਮਾਲਿਕ ਦੀ ਜ਼ਾਤ ਹੈ, ਰਿਜ਼ਕ ਮੇਰੇ ਅੱਲਾ ਨੇ ਦੇਣਾ ਹੁੰਦਾ ਹੈ। ਹਾਂ। ਲੇਕਿਨ ਜਿਹੜੀ ਇਹਨਾਂ ਨੇ ਕੀਤੀ ਹੈ ਨਾ, ਅੱਲਾ ਇਹਨਾਂ ਨੂੰ ਦਿਖਾਏਗਾ। ਉਹ ਸਭ ਬਾਹਰ ਦੇ ਮੁਲਕਾਂ 'ਚ ਪਤਾ ਕੀ ਹੁੰਦਾ, ਪਤਾ ਤੁਹਾਨੂੰ? ਪਤਾ ਹੈ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜਾ ਮਜ਼ਦੂਰ ਹੁੰਦਾ, ਤੁਸੀਂ ਸਾਰੇ ਜਿਹੜੇ ਹੁੰਦੇ ਹੋ, ਜਿੰਨਾ ਵੀ ਮਜ਼ਦੂਰ ਤੁਸੀਂ ਸਾਰੇ ਗਏ ਹੋ, ਉੱਥੇ ਮੈਡੀਕਲ ਮੁਫਤ, ਮੈਡੀਕਲ ਸਮਝ ਰਹੇ ਹੋ? ਸਮਝ ਰਿਹਾ था। ਹਸਪਤਾਲ ਦੀ ਦਵਾਈਆਂ ਮੁਫਤ, ਬੱਚਿਆਂ ਦੀ ਵੀ ਆ, ਬਿਲਕੁਲ ਸਰ ਤਾਲੀਮ ਮੁਫਤ, ਜੀ ਸਰ ਰਿਹਾਇਸ਼ ਮੁਫਤ, ਖਾਣਾ ਬਸ ਤੁਸੀਂ ਕੰਮ ਕਰਨਾ ਹੈ। ਇੱਥੇ ਸਰ ਜੇ ਇੱਥੇ ਜਿਤਨੇ ਮਜ਼ਦੂਰ ਕਰਨ, ਕਿਸੇ ਬੰਦੇ ਕੋਲ ਪੁੱਛੋ ਨਾ, ਅਗਰ ਕਿਸੇ ਨੂੰ ਪੈਸੇ ਅਗਰ ਉਹਨੇ ਕਿਹਾ ਨਾ ਵੀ ਤੁਹਾਨੂੰ ਅਲਾਉਨ ਹੈਗਾ ਤਾਂ ਸਿਰਫ ਅਮੀਰ ਆਦਮੀ ਦੇ ਵਾਸਤੇ ਹੈਗਾ, ਮਜ਼ਦੂਰ ਵਾਸਤੇ ਲੋਨ ਵੀ ਨਹੀਂ ਹੈਗਾ, ਲੋਨ ਵੀ ਨਹੀਂ ਹੈਗਾ, ਵੀ ਤਾਂ ਨਹੀਂ ਲੈ ਸਕਦਾ ਬੈਂਕ ਤੋਂ, ਇੰਨਾ ਤੋਂ ਵੀ ਨਹੀਂ ਲੈ ਸਕਦਾ। ਇਹ ਤਾਂ ਪਹਿਲੇ ਖੋਣ ਵਾਲਾ। ਕਰਜ਼ਾ ਕਿਉਂ ਨਹੀਂ ਲੈ ਸਕਦੇ? ਉਹ ਸਰ ਜੀ ਉਹ ਕਹਿੰਦੇ ਤੁਹਾਡੇ ਕੋਲ ਹਸੀਅਤ ਹੀ ਨਹੀਂ, ਤੁਸੀਂ ਕਿਰਾਏ ਦੇ ਮਕਾਨ ਤੇ ਬੈਠੇ ਹੋ, ਤੁਹਾਡੀ ਆਪਣੀ ਮਲਕੀਅਤ ਹੀ ਨਹੀਂ, ਕਿਸੇ ਚੀਜ਼ ਦੀ ਰਜਿਸਟਰੀ ਵੀ ਨਹੀਂ। ਓਏ ਹੋਏ ਹੋਏ, ਜੇ ਦਿਹਾੜੀ ਨਾ ਲੱਗੇ, ਜਿਵੇਂ ਹਫਤੇ ਤੋਂ ਲੱਗੀ ਨਹੀਂ ਹੋਈ, ਤੇ ਫਿਰ ਕਿਰਾਇਆ ਕਿਵੇਂ ਦੇਣਾ ਘਰ ਦਾ? तो सर जी वो मालिक पूरी कर रहे हैं, मिन्नत तरले करके क्रॉस कर रहे हैं। ਉਹ ਤੇ ਕੋਈ ਸ਼ੱਕ ਨਹੀਂ, ਰੱਬ ਦੀ ਜ਼ਾਤ ਤੇ ਹੈ, वो करीम ज़ात है सर। ਉਹ ਜ਼ਾਤ ਹੈਗੀ ਹੈ, ਲੇਕਿਨ ਕੋਈ ਤੇ ਆਸਰਾ ਹੋਏਗਾ ਕਿ ਆ ਚਲੋ ਇੱਥੋਂ ਪੂਰੇ ਕਰ ਲਈਏ, ਉੱਥੋਂ ਪੂਰੇ ਕਰ ਲਈਏ। ਇੱਕ ਮਜ਼ਦੂਰ ਨੇ ਕੀ एक ਕਰਨਾ? गल कहना चाहना, मालिक कदी सदका इमाम हुसैन दा साडी सुनेगा, ये बर्बाद होंगे। आमीन को सारे कहो ना, सारे भी ते आमीन कहो ना। गल जे दिलों निकली भी ਸਰਕਾਰ ਮਗਰੋਂ ਲਾਵੇ ਚੋਰਾਂ ਨੂੰ। आहो ਬਾਬਾ ਫਰੀਦ ਲੈ ਜਾਏ ਇਹਨਾਂ ਨੂੰ, ਚੋਰਾਂ ਨੂੰ ਕਿਤੇ ਕਬਰਸਤਾਨ ਪਹੁੰਚਾ ਦੇ, ਨਾਮੋ ਨਿਸ਼ਾਨ ਖਤਮ ਹੋ ਜਾਏ ਇਹਨਾਂ ਦਾ। ਯਕੀਨ ਕਰੀ ਮੈਂ ਹੱਕ ਦੀ ਗੱਲ ਕਰਾਂਗਾ, ਨਾ ਮੈਨੂੰ ਨਵਾਜ਼ ਸ਼ਰੀਫ ਦਾ ਡਰ ਹੀ, ਨਾ ਜਰਦਾਰੀ ਦਾ ਡਰ, ਅੱਲਾ ਦੇ ਨਬੀ ਦਾ ਹੀ। ਮਨ ਨਿਗਰਾਨੀ 1.5 ਸਾਲ ਹੋ ਗਿਆ ਇਹਨਾਂ ਦੀ ਹਕੂਮਤ ਮਗਰੋਂ ਮੁਲਕ ਨੂੰ ਚੰਬੜੇ ਨੇ। ਕਿਹਨਾਂ ਨੂੰ ਕਹਿੰਦੇ ਨੇ? ਕਿਹੜੇ ਵਾਲੇ? ਲੂੰ ਲੀਗ ਨੂੰ। ਹੁਣ ਜਿਹੜੇ ਆਏ ਨੇ ਲੂੰ ਲੀਗ ਨੂੰ, ਉਹ ਕਹਿੰਦੇ ਨੇ ਵੀ ਅਸੀਂ ਤੇ ਇਹਨਾਂ ਦੇ ਵਜ਼ੀਫੇ ਵੀ ਲਾਣੇ ਨੇ, ਅਸੀਂ ਲਾਵਾਂਗੇ, ਹਾਲੇ ਇਹਨਾਂ ਹਾਲਾਤ ਸਾਨੂੰ ਖਰਾਬ ਖੇ ਨੇ। ਦੇਣੀ ਹੈ, ਫਿਰ ਡਰਾਮੇ ਬਾਜ਼ੀਆਂ ਫਿਲਮਾਂ ਚਲਾਉਂਦੇ ਨੇ, ਇਹ ਸਾਨੂੰ ਫਿਲਮਾਂ ਚਲਾਉਂਦੇ ਨੇ ਜਿਹੜੀਆਂ ਅਸੀਂ ਫਿਲਮਾਂ 'ਚ ਵਹਿੰਦੇ ਰਹੇ ਆ। ਸਾਡੀ ਜ਼ਿੰਦਗੀ ਲਗਾਤੀ ਆਈ ਸਾ ਮਾਸ਼ਾ, ਤੁਹਾਡੀ ਏਡੀ ਉਮਰ ਲੱਗ ਰਹੀ ਪਈ ਹੈ, ਉਮਰ ਲਗਾਈ 50 ਦੇ ਕੋਲ ਤੇ ਹੋਣੀ ਉਮਰ ਮਾਸ਼ਾਅੱਲਾ। ਸਾਰੇ ਆਵਾਮ ਨੂੰ ਬੇਵਕੂਫ ਬਣਾਉਂਦੇ ਪਏ ਨੇ। ਆਹੋ ਜਿਹੜਾ ਬੰਦਾ ਅੱਛੀ ਗੱਲ ਕਰਦਾ ਹੱਕ ਦੀ, ਉਹਨੂੰ ਫੜ ਲਓ ਜੀ, ਉਹਨੂੰ ਇੰਜ ਕਰ ਦਿਓ, ਉਹਨੂੰ ਫੜ ਕੇ ਕੀ ਕਰੋਗੇ? ਸਾਨੂੰ ਗਰੀਬ ਨੂੰ ਤਾਂ ਰੋਟੀ ਚਾਹੀਦੀ ਹੈ, ਰੋਟੀ ਸਾਨੂੰ ਚਾਹੀਦੀ, ਤੇ ਰੋਟੀ ਚਾਹੀਦੀ ਆਈ ਸਾਹਿਬ। ਸਾਰੇ ਮਜ਼ਦੂਰ ਮੇਰੇ ਭਰਾ ਨੇ, ਸਭ ਨੂੰ ਰੋਟੀ ਚਾਹੀਦੀ, ਸਭ ਨੂੰ ਰੋਟੀ ਚਾਹੀਦੀ ਹੈ ਨਾ ਭਾਈ। ਬੈਠੋ, ਤੁਹਾਨੂੰ ਵੀ ਰੋਟੀ ਚਾਹੀਦੀ ਹੈ ਨਾ? ਸਾਰਿਆਂ ਨੂੰ ਰੋਟੀ ਸਾਨੂੰ ਤੇ ਹੋਰ ਕੁਝ ਨਹੀਂ ਚਾਹੀਦਾ। कुछ नहीं चीज़ बस। ਆਹੋ ਸਾਨੂੰ ਕੀ ਲੱਗੇ ਕਿਹੜੀ ਹਕੂਮਤ ਹੈ ਕਿਹੜੀ ਨਹੀਂ ਹੈਗੀ।
ਕੁਛ ਨਹੀਂ ਚਾਹੀਦਾ, ਰੋਟੀ ਚਾਹੀਦੀ ਹੈ। ਹੁਣ ਯਾਰ ਪਾਪਾ ਮਸਲੇ ਦਾ ਹੋਵੇ ਜਾਂ ਕਿਸੇ ਦੀ ਹੋਵੇ ਸਾਨੂੰ ਰੋਟੀ ਦੀ ਇੱਜ਼ਤ ਰੋਟੀ ਲਾ ਦਿੰਦੇ ਮੇਰੇ ਮੈਂ ਖਾਏ ਨਹੀਂ ਲਾ ਦਿੰਦੇ ਭਾਈ ਸਾਹਿਬ ਮੈਂ ਡਰਦਾ ਪਿਆ ਮੈਂ ਰੱਬ ਦੀ ਜ਼ਾਤ ਦੇ ਇਲਾਵਾ ਕਿਸੇ ਕੋਲ ਜਿਹੜਾ ਬੰਦਾ ਡਰਦਾ ਪਾਕਿਸਤਾਨ ਚ ਅੱਛਾ ਹੁੰਦਾ ਨਾ ਹਾਂਜੀ। ਉਹਨੂੰ ਇਹ ਬਰਬਾਦ ਦਿੰਦੇ ਨੇ ਦੋਵੇਂ ਪਾਰਟੀਆਂ। ਬੇਨਜ਼ੀਰ ਦੇ ਕਾਤਲ ਭੱਟੋ ਨਾਲ ਦਾ ਲੀਡਰ ਅਯੂਬ ਖਾਨ, ਜਰਨਲ ਜਾਪਰਵੇਜ਼ ਮਸਰਦ, ਉਹਨਾਂ ਤੋਂ ਬਾਅਦ ਹੋਇਆ ਜੀ। ਭਾਵੇਂ ਮੰਨੇ ਭਾਵੇਂ ਨਾ ਮੰਨੇ, ਬਾਬੇ ਕਾਇਮ ਨੇ ਪਾਕਿਸਤਾਨ ਬਣਾਇਆ, ਲਾਮਾ ਸਾਹਿਬ ਨੇ ਪਾਕਿਸਤਾਨ ਬਣਾਇਆ, ਉਹ ਹੀ ਮੁਲਕ ਦੇ ਮਾਲਕ ਨੇ। ਲਿਆਕਤ ਅਲੀ ਖਾਨ, ਮੁਲਕ ਦੇ ਮਾਲਕ ਤੁਸੀਂ ਹੋ, ਮੁਲਕ ਦੇ ਮਾਲਕ ਅਸੀਂ ਆ। ਮੁਲਕ ਦੇ ਮਾਲਕ ਅਸੀਂ ਗਰੀਬ ਲੋਕ ਹੈਗੇ ਆ, ਮਜ਼ਦੂਰ ਤਬਕਾ ਹੈਗਾ। ਲਿਆਕਤ ਖਾਨ ਅਲੀ, ਉਹਨੇ ਮੁਲਕ ਦੇ ਕੁਰਬਾਨੀ ਦਿੱਤੀ। ਬਾਬੇ ਕਾਇਮ ਨੇ ਮੁਲਕ ਭਾਈ ਸਾਹਿਬ ਬਣਾਇਆ। ਸਾਡੇ ਲਈ ਮੇਨ ਗੱਲ ਪਤਾ ਕੀ ਹੈ, ਸਾਨੂੰ ਨਹੀਂ ਪਤਾ ਕਿਹੜਾ ਸਿਆਸਤਦਾਨ ਆਏ ਕਿਹੜਾ ਜਾਏ। ਭਾਂ ਜੀ ਸਿਗਰਟ ਥੱਲੇ ਕਰ ਲਓ, ਗਲਤ ਗੱਲ ਹੁੰਦੀ ਹੈ। ਸਾਨੂੰ ਮਕਸਦ ਹੈ ਕਿ ਸਾਨੂੰ ਰੋਟੀ ਲੱਭੇ। ਸਾਨੂੰ ਰੋਟੀ ਲੱਭੇ, ਕੱਪੜਾ ਲੱਭੇ, ਪਾਉਣੀ ਜੁੱਤੀ ਲੱਭੇ। ਸਾਡੇ ਬੱਚੇ ਮਾਨੀ ਕਰਾਨੀ ਭੁੱਖੇ ਬੈਠੇ ਨਹੀਂ, ਸੁਬਹ ਨੂੰ ਭੁੱਖੇ ਛੱਡ ਕੇ ਓਏ ਹੋਏ ਆਉਣੇ। ਹੋਏ। ਸਾਡੇ ਢਿੱਡੋਂ ਬਦਦੁਆਵਾਂ ਨਿਕਲਦੀਆਂ, ਗਰੀਬਾਂ ਦੀ ਬਦਦੁਆ ਇਹਨਾਂ ਨੂੰ ਲੈ ਜਾਏਗੀ। नहीं वो यार वो सही बोल रहे हैं, वहाँ लोग सही बोल रहे हैं। ਯਾਰ ਪੁਲਿਸ ਵਾਲਾ ਲੈ ਜਨਨ ਪੁਲਿਸ ਵਾਲੇ ਇਹ ਬੱਚੇ बताओ ਪੁਲਿਸ ਵਾਲੇ ਚੁੱਕ ਕੇ ਲੈ ਕੇ ਗਏ ਨੇ। 2 ਵਜੇ ਲੈ ਕੇ ਗਏ ਨੇ। क्यों लेके गए ने? इधर आओ, ਮਜ਼ਦੂਰੀ ਵਾਸਤੇ ਲੈ ਕੇ इधर आओ ਗਏ। ना। ਮਜ਼ਦੂਰਾਂ 'ਚ ਲੈ ਕੇ ਗਏ। 2000 ਰੁਪਏ ਦਿਹਾੜੀ ਦੀ, 1000 ਰੁਪਏ ਦੇ ਕੇ ਰਾਤੀ 3 ਵਜੇ ਛੱਡਿਆ ਉਹਨਾਂ ਨੇ। ਮੈਂ ਥਾਣੇ ਤੱਕ ਪਤਾ ਕਰਦਾ ਰਿਹਾ। पुलिस वाला लेके गया? हाँ जी। क्यों लेके गया सी भाई? ਉਹ ਕੰਮ ਕਰਾਉਣ ਵਾਸਤੇ ਪੁਲਿਸ ਨਹੀਂ ਪੈਸੇ ਨਹੀਂ ਦਿੱਤੇ। नहीं मोटरसाइकिल पुलिस वाले ने काम कराया है ते को पैसे नहीं दिते? 1000 ਰੁਪਏ ਦਿੱਤੇ ਨੇ। 1000 ਸੁਬਾ कितना तय होया सी? जान तो पहले कितना तय होया सी? 2000 तय होया सी। पुलिस वाले ਦਾ ਨਾਂ ਕਿਸੇ ਨਾ ਪੜਿਆ ਸੀ ਉੱਥੇ ਉਹਦਾ? ਨਾ ਪੜਿਆ ਸੀ ਉਹਦਾ? ਬੇਟਾ ਡਰਨਾ ਨਹੀਂਗਾ। ਇਹ ਤੁਹਾਡੇ ਸਾਹਮਣੇ ਹੈਗੇ ਆ ਨਾ, ਅਸੀਂ ਤੁਹਾਡੇ ਸਾਹਮਣੇ ਹੈਗੇ ਨਾ ਜਿਹੜੇ। ਅੱਲਾਹ ਦੇ ਇਲਾਵਾ ਕਿਸੇ ਦਾ ਖੌਫ ਨਹੀਂ ਕਰਨਾ। ਜੋ ਗਲਤ ਕਰਦਾ ਪਿਆ ਦੱਸੋ। नहीं मिलना। ਤੇ ਉਹਨੇ ਕੀ ਕੀਤਾ ਉੱਥੇ ਜਾ ਕੇ? उन्हें क्या कि ना अजय 1000 रुपये ले लो, 1000 रुपये सुबह ले था और न से गया तो मिले ही नहीं। हाँ फिर फिर से वापस आ गए मेरे पास। अल्लाह कटाएगा उस बंदे को। लोग क्या काम करते हैं आप? हम तो मैं बेसिकली आ रहे हैं भवन में आ रहे हैं। बेसिकली संगले से आए, सूरत से, और इधर काम के लिए आया। तो अभी उस रेडी चलाता हूँ। कितनी रोज़ की इनकम हो जाती है? जी जी। रोज़ की कितनी आमदन हो जाती है? बस कभी 2000 होती है, कभी 2000 से कम होती है, कभी 600 भी होती है। खर्चा पूरा हो जाता है, बस थोड़ा पूरा हो जाता है। बच्चों की रोटी पूरी हो जाती है। बस अभी इतना महंगाई है कि पूरे भी नहीं होता। यही आपसे पूछ रहा हूँ यार। पता कि मैं आपका इंटरव्यू नहीं कर रहा हूँ, समझो आपका भाई खड़ा है आपके पास। मैं आपका दुख सुन रहा हूँ, आप मेरा दुख सुनो। बात ये है, ये तो सिर्फ आवाज़ पहुँचाने के लिए होता है। जी सर। घर जाते हो बिल भी नज़र आते होंगे, इसके अलावा क्या क्या नज़र आता है? और बस सारा महंगाई नज़र आता है और तो कुछ बस। और किसने महंगाई की है? मैंने क्या आपने? नहीं। हमने तो नहीं किया। किसने किया? जो बड़े हैं उसने किए। तो बड़े कौन है? बड़े जो शबा शरीफ है उसने किया है ना वो। उन्होंने ठीक करना ना। अपनी कितनी दिहाड़ी है? ਦਿਹਾੜੀ ਹੈ 1500 लगी अज? 1200 ਲੱਗ ਜਾ। लाए भवन छेती आ गए 5 बजे तो पहले ही आ गए भवन। ਬਸ ਜਰਾ ਕੰਮ अद्धी दिहाड़ी लाई है, ਨਹੀਂ ਕੰਮ ਕਰਕੇ ਆ ਗਏ। काम करके आ गए हो तो 5 जितनी दिहाड़ी है 1000 1500 फर्ज करो गुजारे हो जाते हैं। ਨਹੀਂ ਅਸੀਂ ਤਾਂ ਕਹਿੰਦੇ 2000 ਰੁਪਏ ਦਿਹਾੜੀ। ਮੈਂ ਇਹੀ ਗੱਲ ਕਰਨਾ ਪੈਣਾ ਯਾਰ। ਦੇਖੋ ਤੁਸੀਂ ਆਪਣਾ ਮੂੰਹ ਬੰਦ ਕੀਤਾ ਨਾ, ਨਹੀਂ, ਨਹੀਂ। ਤੇ ਆਪਣਾ ਨੁਕਸਾਨ ਤੁਸੀਂ ਆਪ ਕਰਨਾ ਹੈ। ਮੈਂ ਤੇ ਤੁਹਾਡੇ ਕੋਲ ਆ ਗਿਆ। ਉਹ ਪਤਾ ਕੀ ਹੈ ਸਰ, 2000 ਰੁਪਏ ਦਿਹਾੜੀ ਮੈਂ ਫਿਰ ਸਰ ਜਾਣੀ ਮੰਗਦਾ ਹਾਂ ਤੇ 1000 1200 ਦਾ ਹਾਲਾਂਕਿ 2000 ਵੀ ਪੂਰਾ ਨਹੀਂ ਹੋਣਾ। ਨਹੀਂ ਹੋਣਾ। ਮਹਿੰਗਾਈ ਹੈ ਬੜੀ। ਤੇ ਮਹਿੰਗਾਈ ਕਿਹਨੇ ਕੀਤੀ ਹੈ? ਮਹਿੰਗਾਈ ਇੰਨੇ ਕੀਤੀ ਹੈ ਕਰ ਗਿਆ। ਉਹ ਤੇ ਚਲਾ ਗਿਆ ਨਾ, ਛੱਡ ਦਿਓ ਉਹਨੂੰ। ਅੱਜ ਗ੍ਰਿਫਤਾਰ ਵੀ ਹੋ ਗਿਆ, ਕਹਾਣੀ ਖਤਮ ਹੋ ਗਈ। ਅੱਗੇ ਦੱਸੋ। ਹੋ ਗਿਆ ਤਾਂ ਠੀਕ ਹੈ, ਅੱਲਾਹ ਮਾਲਕ ਕੋਈ ਅੱਛਾ ਹੁਣ ਤੇ 2 ਸਾਲ ਤੋਂ ਜਿਹੜੀ ਹੁਕੂਮਤ ਹੈਗੀ ਹੈ। ਕਿਲੋ ਹੈ ਚੀਨੀ ਕਿੰਨੇ ਰੁਪਏ ਕਿਲੋ ਹੈ? ਸਵਾਲ ਅੱਛਾ ਜਾਵੇ ਯਾਰ। ਚੀਨੀ ਕਿੰਨੇ ਰੁਪਏ ਕਿਲੋ ਆ ਰਿਹਾ? ਪੁੱਛੋ ਭਾਣ ਦਾ ਜਵਾਬ ਦਿਓ, ਆਪਣੇ ਭਰਾ ਦਾ ਜਵਾਬ ਦਿਓ। ਚੀਨੀ ਕਿੰਨੇ ਰੁਪਏ ਕਿਲੋ ਹੈ? ਇੱਕ ਜਗ੍ਹਾ ਯਾਰ ਮਹਿੰਗਾਈ ਤਾਂ ਹੈ, ਅਸੀਂ ਤਾਂ ਕੀ ਕਰਾਂਗੇ। ਉਹਨੂੰ ਪਤਾ ਹੀ ਨਹੀਂਗਾ। ਉਹਨੂੰ ਇਹ ਨਹੀਂ ਪਤਾ ਘੁੰਮਣ ਕੀ ਭਾਈ ਸਾਹਿਬ ਦੱਸੋ, ਉਹਨੂੰ ਇਹ ਨਹੀਂ ਪਤਾ ਹੈਗਾ ਮਹਿੰਗਾਈ ਹੈ ਕਿ ਨਹੀਂ, ਨਹੀਂ ਮੰਗਿਆਈ ਤੇ ਹੈ, ਉਹਨੂੰ ਇਹ ਨਹੀਂ ਪਤਾ ਵੀ ਘੁੰਮਣ ਕਿ ਹੁਕੂਮਤ ਕਿਹਦੀ ਹੈ। ਦੇਖੋ ਤੁਸੀਂ ਕੰਮ ਕਰਦੇ ਹੋ ਭਾਈ ਸਾਹਿਬ, ਮੈਂ ਮਿਸਤਰੀ ਆ। ਮਿਸਤਰੀ ਕਿਉਂ? ਕਿੰਨੀ ਦਿਹਾੜੀ ਦੂਰੀ ਲੱਗ ਜਾਂਦੀ, ਕੀ ਹਾਲਾਤ ਰਹਿੰਦੇ ਨੇ ਇਹਦਾ ਦੱਸੋ। ਰਾਤ ਡੈਡੀ ਆ। ਬੱਚੇ ਹੈਗੇ ਨੇ ਆਪਣੇ? ਕਿੰਨੇ ਹੈਗੇ ਨੇ? ਮਾਸ਼ਾਅੱਲਾ ਕਾਰੋਬਾਰ ਹੈ ਕੋਈ ਬਸ ਗੁਜ਼ਾਰਾ ਹੁੰਦਾ ਹੀ ਮੇਰਾ ਮਾੜਾ। ਗੁਜ਼ਾਰਾ ਕਰ। ਬੱਚੇ ਉਂਝ ਕਿੰਨੇ ਹੈਗੇ ਨੇ ਤੁਹਾਡੇ? ਮੈਂ ਕਿਹਾ ਮੇਰਾ ਛਾਤੀ ਲੇਟ ਕਰਾਈ ਹੈ ਬੱਚਾ ਕੋਲ। ਅੱਲਾਹ ਤਾਲਾ ਤੁਹਾਨੂੰ ਔਲਾਦ ਨਾਲ ਨਵਾਜ਼ੇ ਯਾਰ। ਸਾਡੀ ਦੁਆ ਤੁਹਾਡੇ ਨਾਲ ਹੈਗੀ ਹੈ। ਗੱਲ ਹੈਗੀ ਹੈ ਮਹਿੰਗਾਈ ਤੇ ਹੈ, ਮੰਗਿਆਈ ਤੇ ਹੈ। ਤੇ ਮਹਿੰਗਾਈ ਦੇ ਵਿੱਚ ਗੁਜ਼ਾਰਾ ਹੋ ਰਿਹਾ ਹੈ ਕਿ ਬਸ ਚਲੋ ਚੱਲਦੀ ਹੈ, ਚੱਲ ਲੈਂਦੇ ਹੋ। ਗੁਜ਼ਾਰਾ ਹੀ ਹੈ। ਹਾਂ ਮੈਨੂੰ ਪੂਰੇ ਇੱਥੇ ਤਬਕੇ 'ਚ ਨਾ ਇਹ ਬੰਦਾ ਆਵਾਜ਼ਾਰ ਲੱਗਾ, ਬਾਕੀ ਤੁਸੀਂ ਸਾਰੇ ਖੁਸ਼ਹਾਲ ਲੱਗੇ ਹੋ। ਨਹੀਂ ਖੁਸ਼ਹਾਲ ਹੈ। ਤੁਸੀਂ ਸਾਰੇ ਖੁਸ਼ਹਾਲ ਹੈਗੇ ਹੋ। ਕੋਈ ਮਜ਼ਦੂਰ ਜਿਹੜੇ ਨੇ ਹੱਸਦੇ ਵੀ ਰਹਿੰਦੇ ਨੇ, ਲੰਗਰ ਖਾ ਲਿਆ, ਗੁਜ਼ਾਰਾ ਕਰ ਲਿਆ। 1 ਲੱਖ ਦੀ ਦਿਹਾੜੀ ਤੇ 10 ਦਿਨ ਵੇਲੇ। ਇਹੀ ਤਾਂ ਪੁੱਛ ਰਿਹਾ, ਲੰਗਰ ਹੁਣ ਜੇਬੋਂ ਕੀਤਾ, ਪੈਸੇ ਖਰਚ ਕਰਕੇ ਕੀਤਾ ਲੰਗਰ।
बस इंजे गुजारा ਹੁੰਦਾ ਹੀ ਪਿਆ ਨਾ ਜੋ ਰੱਬ ਦੀ ਜ਼ਾਤ ਹੀ ਲੰਗਰ ਭੇਜ ਦਿੰਦੀ ਹੈ ਨਾ ਤੇ ਚਾਹ ਇਹੀ ਚਾਹੁੰਦੇ ਹੋ ਨਾ ਕਿ ਰੋਟੀ ਘਰ ਲੈ ਕੇ ਜਾਈਏ ਬੱਚਿਆਂ ਲਈ ਤੇ ਫਿਰ ਲੈ ਕੇ ਜਾ ਰਹੇ ਹੋ ਮਜ਼ਦੂਰੀ ਆਵੇ ਤਾਂ ਲੈ ਕੇ ਜਾਈਏ ਆ ਰਹੀ ਹੈ ਤੁਸੀਂ ਦੱਸੋ ਭਾਈ ਚੋਰੀ ਤਾਂ ਸਰ ਉਨੀ ਦੇਰ ਤੱਕ ਨਹੀਂ ਆਣੀ ਜਿੰਨ ਤੱਕ ਫੈਸਲਾ ਨਹੀਂ ਹੁੰਦਾ ਸਾਡੀ ਕੋਲ ਹਕੂਮਤ ਦਾ ਫੈਸਲਾ ਕੀ ਹੋਣਾ ਹਕੂਮਤ ਤਾਂ ਬੈਠੀ ਹੈ ਬਾਕੀ ਤਾਂ ਕੀ ਫਾਇਦਾ ਸਰ ਆਏ ਦਿਨ ਕੋਈ ਨਾ ਕੋਈ ਚੀਜ਼ ਵਧੀ ਅੱਜ ਸਵੇਰ ਹੁਣੇ ਚਲੇ ਜਾਓ ਕੁਝ ਨਾ ਕੁਝ ਪਤਾ ਹੀ ਹੋਣਾ ਹਾਂ ਮੈਕਸਿਮਮ ਵੇਖ ਲਓ ਤੁਹਾਡੇ ਪਿੱਛੇ ਚਾਹ ਲੈ ਖਲੋਤਾ ਕੋਈ 50 ਰੁਪਏ ਦਾ ਕੱਪ ਹੈ ਹਾਂ ਤੇ ਕੋਈ 20 ਰੁਪਏ ਦਾ ਕੱਪ ਪੀਂਦੇ ਰਹੇ ਹਾਂ ਅੱਜ ਵੀ ਉਹ ਜਾਂਦਾ ਤੇ ਅਗਲੇ ਦਿਨ ਉਹ ਪਰੇਸ਼ਾਨ ਉਹ ਸੌਦਾ ਵੀ ਤਾਂ ਮਹਿੰਗਾ ਮਿਲਦਾ ਪਿਆ ਨਾ ਵਿਚਾਰੇ ਨੂੰ ਉਹੀ ਕਹਿ ਰਿਹਾ ਉਹਦਾ ਕੀ ਮਹਿੰਗਾਈ ਕਸੂਰ ਹੈ? ਨਾ ਮਹਿੰਗਾਈ ਦੀ ਪੈਣਾ ਨਾ ਹਾਂ। ਇਹ ਮਹਿੰਗਾਈ ਕਿੰਨੇ ਰੋਕਣੀ ਹੈ ਮਹਿੰਗਾਈ ਹੈ ਹਰ ਚੀਜ਼ ਦੇ ਵਿੱਚ ਰੱਖਦਾ ਕੰਮ ਕਰਨਾ ਉਹ ਵੀ ਮਹਿੰਗੇ ਨੇ ਉਹ ਵੀ ਮਹਿੰਗੇ ਨੇ ਲੋਕਲ ਚੀਜ਼ਾਂ ਸੀ ਉਹ ਚਲਾ ਲੈਂਦੇ ਸੀ, ਕੋਈ ਨਾ ਕੋਈ ਗਰੀਬ ਆਦਮੀ ਵੀ ਨਿਕਲ ਆਉਂਦਾ ਹੁਣ ਰਹਿ ਗਿਆ ਸਿਰਫ ਵੀਆਈਪੀ ਕੰਮ ਵੀਆਈਪੀ ਵੀ ਸੋਚਦਾ ਕਿ ਹੁਣ ਮੈਂ ਅਗਰ 12,000 ਰੁਪਏ ਦੀ ਬਾਲਟੀ ਲਿਆਵਾਂਗਾ 2,000 ਮਜ਼ਦੂਰੀ ਦਿਆਂਗਾ ਉਹ 6 ਦਿਨ ਲਾਏਗਾ ਤਾਂ ਮੈਨੂੰ ਤਾਂ ਕਮਰਾ ਪੈ ਜਾਣਾ 30,000 ਖਤਮ ਹੋ ਰਿਹਾ ਕੰਮ ਲੋਕਾਂ ਨੇ ਕੰਮ ਕਰਾਉਣਾ ਛੱਡਦਾ ਸਾਰੀ ਬਾਤ ਹੈ ਸਰ ਲੋਕਾਂ ਨੇ ਕੰਮ ਕਰਾਉਣਾ ਛੱਡਦਾ ਕਰਾਣੇ ਛੱਡ ਤੇ ਯਾਰ ਤੁਸੀਂ ਕੀ ਕਰੋਗੇ ਫਿਰ ਜੇ ਕੰਮ ਕਰਾਉਣਾ ਛੱਡਦਾ ਇਹ ਅੱਲਾ ਦੀ ਜ਼ਾਤ ਤੇ ਹੈ ਕੋਈ ਸ਼ੱਕ ਹੀ ਨਹੀਂ ਅੱਲਾਹ ਦੀ ਜ਼ਾਤ ਕੋਸ਼ਿਸ਼ ਤੇ ਹੈ ਕਿ ਨਾ ਸਰ ਬੈਠੇ ਅੱਲਾਹ ਸ਼ਰੀਕ ਕਿਸੇ ਸ਼ਰੀਕ ਨਹੀਂ ਬੇਸ਼ੱਕ ਅਸੀਂ ਬੈਠੇ ਹਾਂ ਉਹਦੀ ਆਸ ਤੇ ਬੈਠੇ ਉਹਦੇ ਆਸ ਬੈਠੇ ਸਾਡੇ 1500 ਤੋੜਾ ਮਿਲਦਾ ਹੈ 10 ਕਿਲੋ ਦਾ ਐ ਹੁਣ ਕੀਤੀ ਨਾ ਗੱਲ ਉਹਨਾਂ ਨੇ ਕੰਮ ਦੀ ਇਹ ਹੁਣ ਕੰਮ ਗੱਲ ਕੀਤੀ ਉਹਨਾਂ ਨੇ ਆਇਆ ਸਾਡੇ 1500 ਦਾ ਮਿਲਿਆ ਹੈ। ਓਏ ਹੋਏ ਮਿੰਟਾਂ ਹੋਏ। ਨਾਲ ਆਇਆ ਮਿੰਤਾ ਨਾ 10 ਕਿਲੋ ਦਾ ਮਿੰਤਾ ਨਾ ਮਿਲਦਾ ਹੈਗਾ ਕੋਈ ਸ਼ੱਕ ਨਹੀਂ ਦੇਖਿਆ ਇਹ ਹੈਗਾ ਮੁਸ਼ਕਿਲ ਵਕਤ ਤੇ ਉਹ ਦਿਹਾੜੀ ਤੇ ਨਿਕਲ ਗਿਆ ਸਾਡੇ 1500 ਬੁਰਹਾਨ ਬਦਨਾ ਸਰ ਇਹ ਬੁਰਹਾਨ ਬਦਨਾ ਦਿਹਾੜੀ 1000 ਰੁਪਏ ਹਾਂ ਇੱਥੇ ਮਜ਼ਦੂਰ ਆਏਗਾ ਸਾਡੇ 10 ਉਹਨੂੰ 1500 ਕਹੀਦਾ ਤਾਂ ਉਹ ਕਹੇਗਾ ਨਹੀਂ ਨਹੀਂ 800 ਲੈ ਲੈ 1000 ਲੈ ਲੈ 1100 ਲੈ ਲੈ ਤੂੰ ਉਹਦੀ ਮੰਜ਼ਿਲ ਤੇ ਜਾਣਾ ਉਹ ਕਹੇਗਾ ਮੈਂ ਨਹੀਂ ਜਾਣਾ ਮੈਂ ਮਰਨਾ 800 ਰੁਪਏ ਜਾ ਕੇ ਹਾਲਾਂਕਿ ਹਕੂਮਤ ਨੂੰ ਵਜ਼ੀਫੇ ਨਹੀਂ ਲਾਣੇ ਚਾਹੀਦੇ ਤੁਹਾਡੇ ਲਾਣੇ ਚਾਹੀਦੇ ਮਹੀਨੇ ਸਹੂਲਤ ਨਹੀਂ ਦੇਣੀ ਚਾਹੀਦੀ ਖਾਨਦਾਨੀ ਅਮੀਰ ਨੇ ਵਜ਼ੀਫੇ ਲਾਣ ਹੀ ਆਪਣੇ ਪੂਰੇ ਕਰਨ ਹੈਗੇ ਖਾਨਦਾਨੀ ਅਮੀਰ ਨੇ ਪਰ ਕੰਮ ਜਿਹੜੇ ਨੇ ਇਹਨਾਂ ਦੇ ਕੋਈ ਮੀਰਾਂ ਵਾਲੇ ਜਾਂ ਰੀਸਾਂ ਵਾਲੇ ਨਹੀਂ ਹੈ ਸ਼ਰੀਫ ਖਾਨਦਾਨ ਦਾ ਨਾਂ ਹੈ ਦਿਹਾੜੀ ਕਮਾਉਂਦਾ ਹੈ 1000 ਰੁਪਏ ਦਿਹਾੜੀ ਕਮਾਉਂਦਾ ਹੈ ਬੱਚਿਆਂ ਦਾ ਖਰਚਾ ਪੂਰਾ ਕਰਦਾ ਹੈ ਇੱਕ ਬੰਦਾ 20 ਲੱਖ ਰੁਪਏ ਤਨਖਾਹ ਲੈਂਦਾ ਹੈ ਜਾਂ 30 ਲੱਖ ਲੈਂਦਾ ਹੈ ਹਕੂਮਤ ਕੋਲੋਂ ਖਰਚਾ ਵੀ ਕਰਦਾ ਲੈਂਦਾ ਹੈ ਤੇਲ ਵੀ ਹਕੂਮਤ ਕੋਲੋਂ ਲੈਂਦਾ ਹੈ ਸਾਰਾ ਪਤਾ ਹੈ ਬਾਬਾ ਜੀ ਨੂੰ ਸਾਰਾ ਪਤਾ ਹੈ ਹਰ ਇੱਕ ਚੀਜ਼ ਪਿੱਛੇ ਤੇ ਨਹੀਂ ਜਾ ਰਹੇ ਐਂਜੀ ਹੈ ਮਗਰ ਉਹ ਕਹਿੰਦਾ ਕੰਮ ਵੀ ਤੇ ਤੁਹਾਡੇ ਲਈ ਕਰ ਰਹੇ ਆ ਕੰਮ ਸਾਡੇ ਲਈ ਕਿਹੜਾ ਕਰ ਰਿਹਾ ਕਿਹੜਾ ਕਾਨੂੰਨ ਸਾਡੇ ਲਈ ਕਿਹੜਾ ਕਰ ਰਿਹਾ ਸਾਡੇ ਵਾਸਤੇ ਕੀ ਕਰ ਰਿਹਾ ਉਹ ਕਹਿੰਦੇ ਤੁਹਾਡੇ ਲਈ ਕੰਮ ਕਰ ਰਹੇ ਆ ਕੋਈ ਛੱਪ ਮਸੂਬੇ ਬਣਾ ਰਹੇ ਆ ਕੋਈ ਸੜਕਾਂ ਬਣਾ ਰਹੇ ਆ ਕੋਈ ਅੱਛਾ ਕੰਮ ਨਹੀਂ ਹੋ ਰਿਹਾ ਗਰੀਬ ਮਰ ਰਿਹਾ ਚੱਲਾਂਗੇ ਹਾਂ ਅੱਟਾ ਕਿਤੋਂ ਖਾਵਾਂਗੇ ਰੋਟੀ ਕਿਤੋਂ ਖਾਵਾਂਗੇ ਸੜਕਾਂ ਤੇ ਰਹਿਣਾ ਇਹੀ ਗੱਲ ਹੈ ਨਾ ਗਰੀਬ ਬੰਦਾ ਕਿਤੋਂ ਕਾਰ ਲਾਏਗਾ ਹਾਂ ਗਰੀਬ ਬੰਦਾ ਕਾਰ ਕਿਤੋਂ ਲਾਏਗਾ ਮੋਟਰਸਾਈਕਲ ਕਿਤੋਂ ਲਾਏਗਾ ਜਗਲੋਤੇ ਦਿਹਾੜੀ ਕੋਈ ਬੰਦਾ ਲੱਗੀ ਆਪਣੇ ਬੱਚਿਆਂ ਦੇ ਰਿਜ਼ਕ ਤਲਾਸ਼ ਕਰਦਾ ਹਾਂ ਮੈਨੂੰ ਰਿਜ਼ਕ ਲੱਭੇ ਮੈਂ ਆਪਣੇ ਬੱਚਿਆਂ ਨੂੰ ਖਵਾਵਾਂ ਯਕੀਨ ਕਰੀ ਕਈ ਉਹ ਬੰਦੇ ਨੇ ਉਹਨਾਂ ਦੀ ਦਿਹਾੜੀ ਬਿਲਕੁਲ ਕਿਲੋ ਸ਼ਾਮ ਦਿਹਾੜੀ ਲਾ ਕੇ ਕਿਲੋ ਆਟਾ ਲਿਆਂਦੇ ਲੱਗ ਗਈ ਤੇ ਲੈ ਕੇ ਕਿਲੋ ਨਾ ਲੱਗੀ ਤੇ ਭੁੱਖੇ ਸੌਂਦੇ ਨੇ ਤੇ ਬੱਚੇ ਕੀ ਕਰਦੇ ਨੇ ਉਹ ਆਪ ਫਿਰ ਤੇ ਚਲੋ ਇਹਨੂੰ ਭੁੱਖੇ ਸੌਂਦੇ ਫਤਵਾ ਦਿੰਦੇ ਨੇ ਬੱਚੇ ਵੀ ਭੁੱਖੇ ਸੌਂਦੇ ਨੇ ਫਿਰ ਉਹ ਜਦੋਂ ਇੱਕ ਬੰਦਾ ਜ਼ੁਲਮ ਕਰੋਗੇ ਉਹਦੇ ਨਾਲ ਮਾੜੇ ਨਾ ਉਹਦੇ ਢਿੱਡੋਂ ਬਦਦੁਆਵਾਂ ਨਿਕਲਣੀਆਂ ਉਹਦੀ ਬਦਦੁਆ ਅਰਸ਼ ਦੇ ਕਿੰਗਰੇ ਬਸ ਸ਼ਿਕਰ ਜਾਏਗੀ ਸਹੀ ਕਹਿ ਰਹੇ ਨੇ ਆਈ ਸਾਹਿਬ ਸਹੀ ਕਹਿ ਰਹੇ ਨੇ ਅਰਸ਼ ਦੇ ਕਿੰਗਰੇ ਦੇ ਜੋ ਦੀ ਬਦਦੁਆ ਭਾਂ ਤੈਨੂੰ ਜਾਏਗੀ ਕੰਮ ਇੱਥੇ ਕੋਈ ਨਹੀਂ ਕਰਦਾ ਕੰਮ ਨਹੀਂ ਕਰਦੇ ਇੱਧਰ ਘਰ ਦਾ ਕੰਮ ਦੇ ਮਜ਼ਦੂਰੀ ਨਹੀਂ ਕਰਦੇ ਕਰੀਦੀ ਹੈ ਭਾਈ ਕੀ ਕਰਦੇ ਹੋ ਤੁਸੀਂ ਮੈਂ ਕੰਮ ਰਿਕਸ਼ਾ ਚਲਾਉਂਦਾ ਭਾਈ ਤੇ ਭਾਜੀ ਇੱਕ ਰਿਕਸ਼ੇ ਵਾਲੇ ਦੀ ਵੀ ਤਾਂ ਜ਼ਿੰਦਗੀ ਹੈ ਨਾ ਤੁਹਾਡੀ ਕਿ ਨਹੀਂ ਹੈਗੀ ਤੁਹਾਡੇ ਘਰ ਵੀ ਬਿੱਲ ਆਉਂਦੇ ਕਿ ਨਹੀਂ ਆਉਂਦੇ ਮੇਰੇ 10000 ਰੁਪਏ ਆਇਆ ਇਸ ਵੀ ਦੇਣਾ ਕਿ ਨਹੀਂ ਦੇਣਾ ਦੇਣਾ ਪੈਣਾ ਹੈ ਕਿਉਂ ਹੈ ਨਾ ਦਾ ਮੀਟਰ ਕੱਢ ਜਾਏਗਾ ਬੱਚਿਆਂ ਨੂੰ ਗਰਮੀ ਪੜਾਵਾਂਗੇ ਕਿਉਂ ਉਨੀ ਆਮਦਨ ਹੋਈ ਜਾਂਦੀ ਹੈ ਉਹਨੇ ਪੈਸੇ ਆਈ ਜਾਂਦੇ ਨੇ ਕੋਈ ਨਹੀਂ ਹੈ ਆ 6 ਦਿਨ ਹੋ ਗਏ ਨੇ 2000 ਰੁਪਏ ਨਹੀਂ ਕਮਾਇਆ ਕਿੰਨੇ 6 ਦਿਨ ਹੋ ਗਏ ਨੇ 2000 ਰੁਪਏ ਨਹੀਂ ਕਮਾਇਆ ਤੇ ਰਕਸ਼ੇ ਦਾ ਜਿਹੜਾ ਸੜਦਾ ਪਿਆ ਤੇਲ ਉਹ ਐਲਪੀਜੀ ਪੱਲਿਓ ਸਾੜਦਾ ਪਿਆ ਹੈਗਾ ਸਵਾਰੀ ਬੈਂਦੀ ਨਹੀਂ ਸਵਾਰੀ ਆਜ ਨਹੀਂ ਲੋਡਰ ਰਕਸ਼ਾ ਹੈਗਾ ਹਰ ਬੰਦਾ ਪਰੇਸ਼ਾਨ ਹੈ ਆਪਣੇ ਘਰ ਦੇ ਵਿੱਚ ਕਾਰੋਬਾਰ ਨਹੀਂ ਹੈਗੇ ਮੈਂ 500 ਕੇ ਦੋ 200 ਕੇ ਦੋ 8000 ਰੁਪਇਆ ਇਕੱਠਾ ਕੀਤਾ 100 50 ਕਰਕੇ ਧਾਰੇ ਫੜ ਕੇ ਬਿੱਲ ਉਤਾਰਿਆ ਤੇ ਅੱਗੋਂ ਉਧਾਰ ਵਾਪਸ ਵੀ ਕਰਨਾ ਹੈ। ਫਿਰ ਧਾਰ ਉਹ ਦੇਣਾ ਕਰਜ਼ਾ ਲਾਉਣਾ ਕੰਮ ਚੱਲੇਗਾ ਤੇ ਲਾਵਾਂਗੇ ਕੰਮ ਨਾ ਚੱਲੇਗਾ ਕਿੱਥੋਂ ਲਾਵਾਂਗੇ ਅਗਲਾ ਗਰੀਬਾਂ ਨੂੰ ਫੜਨਾ ਸਾਨੂੰ ਕੋਈ ਨਾ ਦਿੱਤੇ ਵਾਰੀ ਦੇਣ ਕੇ ਉਧਾਰ ਕਦੀ ਵੀ ਨਹੀਂ ਦੇਣਗੇ ਉਹ ਕਹਿਣਗੇ ਪਹਿਲੇ ਵਾਲਾ ਤੇ ਦੇ ਦਿਓ ਉਧਾਰ ਤੇ ਇੰਜ ਹੀ ਹੁੰਦਾ ਨਾ ਭਾਈ ਹੁਣ ਕਹਦਾ ਦੇ ਉਧਾਰ ਤੇ ਇੰਜ ਹੀ ਹੁੰਦਾ ਠੀਕ ਹੈ ਨਾ ਹੈ ਨਾ
ਇਹ ਤੇ ਕੰਮ ਠੀਕ ਹੈਗਾ। ਇਹ ਤੇ ਬਹੁਤ ਮਾਮਲਾ ਖਰਾਬੀ ਵਾਲੇ ਪਾਸੇ ਜਾਂਦੇ ਪਏ ਨੇ ਭਾਈ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਨਾ ਸੋਚਣਾ ਚਾਹੀਦਾ ਕਿ ਕੁਝ ਕਰਨਾ ਚਾਹੀਦਾ ਹੈ ਇਹ ਨਹੀਂ ਕੁਝ ਕਰ ਸਕਦੇ ਸਿਰਫ ਆਵਾਮ ਕਰ ਸਕਦੀ ਲੇਕਿਨ ਆਵਾਮ ਸਾਡੀ ਬੁਜ਼ਦਲ ਹੈਗੀ ਹੈ ਡਰਦੀ ਘਰੋਂ ਨਿਕਲਦੀ ਨਹੀਂ ਹੈਗੀ ਆਵਾਮ ਇੱਕ ਦਿਨ ਬਾਹਰ ਨਿਕਲੇ ਇਹਨਾਂ ਦੀ ਐਸੀ ਦੀ ਤੈਸੀ ਹੋ ਜਾਏਗੀ ਬਾਹਰ ਇੱਕ ਪਾਵਰ ਹੈਗੀ ਆਵਾਮ ਦੇ ਵਿੱਚ ਹੁਕਮਰਾਨ 'ਚ ਪਾਵਰ ਨਹੀਂ ਹੈਗੀ ਤੇ ਆਵਾਮ ਕਿਉਂ ਨਹੀਂ ਨਿਕਲਦੀ ਆਵਾਮ ਆਪਣੇ ਘਰਾਂ 'ਚ ਮਜਬੂਰੀਆਂ 'ਚ ਰੁੱਝੀ ਹੋਈ ਹੈ ਹਰ ਬੰਦਾ ਰੋਟੀ ਬਸ ਹਰ ਬੰਦਾ ਰੋਟੀ ਵਾਸਤੇ ਭੱਜਾ ਫਿਰਦਾ ਹੈ ਇਹਨਾਂ ਨੇ ਹਾਲਾਤ ਹੀ ਇਹੋ ਜਿਹੇ ਪੈਦਾ ਕਰ ਦਿੱਤੇ ਹੈਗੇ ਨੇ ਬਹੁਤ ਬੁਰੇ ਹਾਲਾਤ ਕਰਦੇ ਨੇ ਭਾਈ ਜਿਵੇਂ ਤੁਸੀਂ ਬਹੁਤ ਦੱਸਿਆ ਹੈ ਬੁਰੇ ਕਿ ਹਾਲਾਤ। ਕਮਾਈ ਨਹੀਂ ਹੋਈ ਘਰ ਬੱਚੇ ਵੀ ਨੇ ਮਾਸ਼ਾਅੱਲਾ ਸਾਡੇ ਚਾਰ ਬੱਚੇ ਭਤੀਜੇ ਨੇ ਭਤੀਜੀਆਂ ਨੇ ਮਾਸ਼ਾਅੱਲਾ। ਤੇ ਤੁਹਾਡੀ ਖੁਆਇਸ਼ ਹੋਈ ਕਿ ਪੜ੍ਹ ਲਿਖ ਕੇ ਕੋਈ ਅਫਸਰ ਬਣਨ ਭਾਈ ਜੀ ਪੜ੍ਹਾ ਰਹੇ ਬੱਚਿਆਂ ਨੂੰ ਸਕੂਲਾਂ ਦੀਆਂ ਫੀਸਾਂ 2 ਮਹੀਨੇ ਹੋਏ ਨਹੀਂ ਦੇ ਸਕੇ ਉਹ ਤੇ ਸਕੂਲ ਵਾਲੇ ਕੱਢ ਦੇਣਗੇ ਫਿਰ ਸਕੂਲ ਵਾਲੇ ਸਾਰੀ ਗੱਲ ਹੋਰ ਕੀ ਕਰਨਗੇ ਤੇ ਫਿਰ ਕੀ ਕਰੋਗੇ ਫਿਰ ਕੌਣ ਪੜ੍ਹਾਏਗਾ ਜਿੰਨੇ ਹੁਕਮਰਾਨ ਨੇ ਸਾਰੇ ਖਬੀਜ਼ ਨੇ ਆਪਣੀਆਂ ਦੁਸ਼ਮਣੀਆਂ ਨਿਭਾਉਂਦੇ ਨੇ ਉਹਨੇ ਇਹਨਾਂ ਨੂੰ ਜੇਲ੍ਹ ਛੁੱਟਿਆ ਇਹ ਆਏ ਨੇ ਉਹਨਾਂ ਨੂੰ ਜੇਲ੍ਹ ਛੁੱਟਿਆ ਆਵਾਮ ਦੀ ਕੋਈ ਫਿਕਰ ਨਹੀਂ ਕਿਸੇ ਆਵਾਮ ਦਾ ਕੋਈ ਫਿਕਰ ਆਵਾਮ ਨੂੰ ਨਹੀਂ ਵੇਖਦੇ ਪਏ ਆਮ ਨਹੀਂ ਦੇਖਦੇ ਇਹ ਸਿਰ ਆਪਣੀਆਂ ਦੁਸ਼ਮਣੀਆਂ ਨਿਭਾ ਰਹੇ ਨੇ ਉਹਨੂੰ ਫੜ ਲਓ ਉਹਨੂੰ ਫੜ ਲਓ ਉਹਨੂੰ ਇਹ ਜੇ ਲੰਗਰ ਦਾ ਇੰਤਜ਼ਾਮ ਨਾ ਹੋਵੇ ਹਾਂ। ਤੁਸੀਂ ਤਾਂ ਹੋਰ ਮੁਸ਼ਕਿਲ 'ਚ ਪਾਈਏ ਇਹ ਅਮੀਰ ਲੋਕ ਜਿਹੜੇ ਅੱਲਾ ਦੇ ਨੇਕ ਬੰਦੇ ਇੱਥੇ ਉਹ ਸਾਨੂੰ ਲੰਗਰ ਦਿੰਦੇ ਨਹੀਂ ਖਾਣੇ ਆ ਉਹ ਨਾ ਦੇ ਨਹੀਂ ਤੇ ਭੁੱਖੇ ਇਹ ਵੀ ਰੱਬ ਖੌਫੀ ਹੈ ਉਹਨਾਂ ਦੇ ਅੰਦਰ ਇਹ ਉਹਨਾਂ ਦੇ ਖਿਲਾਫ ਹੋ ਵੀ ਰੱਬ ਨੇ ਪਾਈ ਆਪ ਰੱਬ ਨੇ ਸਰਕਾਰ ਪਾਈ ਹੈ ਤੇ ਉਹ ਆਈ ਜਾਂਦੇ ਨੇ ਆਪ ਸਰਕਾਰ ਨੇ ਕਿਹਾ ਜਾਓ, ਬੇਸ਼ੱਕ ਕੋਈ ਸ਼ੱਕ ਹੀ ਗਰੀਬ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਕਿ ਗੱਲ ਹੈ ਭਾਈਜਾਨ ਇੱਥੇ ਹੋਰ ਘਰ ਮੈਂ ਬਿਆਨ ਮੈਂ ਹੋਰ ਕਰਨਾ। ਕਰਦਾ ਹਿੱਸਾ ਮੈਂ ਹੋਰ ਕਰਦਾ ਇਹ ਫਰਾਉਣ ਬਣੇ ਨੇ ਮੁਲਕ ਦੇ ਫਰਾਉਣ ਹਾਂ ਇਹ ਜਿਹੜੀ ਹਕੂਮਤ ਫਰਾਉਣ ਬਣੀ ਆ ਅੱਲਾ ਦੇ ਹੁਕਮ ਨਾਲ ਮੈਂ ਨਾ ਵੇਖਾਂਗਾ ਤੂੰ ਵੇਖੇਗਾ ਨਾ ਰੱਬ ਨੇ ਉਹ ਹਾਲ ਕਰਨਾ अल्लाह ताला सलामत रखे भाई साहब आपके भी बच्चे होंगे आप चाहते तो नहीं होंगे कि मेरे बच्चे आके इधर चाय बनाए ਸਰ ਦੇਖੋ ਜੀ ਗੱਲ ਹੈ ਵੀ ਇਹਨਾਂ ਦੀ ਵਿਚਾਰਿਆਂ ਦੀ ਦਿਹਾੜੀ ਕੋਈ 8 ਦਿਨਾਂ ਬਾਅਦ ਜਾਂ 10 ਦਿਨਾਂ ਬਾਅਦ ਕੋਈ ਦਿਹਾੜੀ ਨਹੀਂ ਸਾਰਾ ਦਿਨ ਵਿਹਲੇ ਬਹਿ ਕੇ ਤੇ ਸ਼ਾਮ ਨੂੰ ਕੋਈ ਲੰਗਰ ਪਾਣੀ ਆਇਆ ਖਾਦਾ ਨਹੀਂ ਤੇ ਖਾਦਾ ਜੀ ਜਿਹੜੇ ਸਵੇਰੇ ਫੇਰ ਇੱਥੇ ਕਈ ਤੇ ਇੱਥੇ ਤੰਗ ਨੇ ਜਿਹੜੇ ਰਾਤ ਨੂੰ ਵੀ ਇੱਥੇ ਪਏ ਹੁੰਦੇ घर नहीं गए ਜਦੋਂ ਜ਼ਾਹਿਰ ਹੈ ਖਰਚਾ ਹੋਏਗਾ ਜੇਬ ਵਿੱਚ ਘਰ ਜਾਣਗੇ ਨਾ ਜਦੋਂ ਜੇਬ ਵਿੱਚ ਕੁਝ ਨਹੀਂ ਹੋਣਾ ਤੇ ਜਾਣਾ ਕਿੱਥੇ ਬੱਚਿਆਂ ਨੇ ਖਰਚਾ ਨਹੀਂ ਮੰਗਣਾ ਤੇ ਪੈਸੇ ਦਿਓ आओ बेगमा ने बच्चियां ने खर्चा ਘਰ मंगना ਦੇ ਘੇਰਨੇ ਅਖਰਾਜਾਤ ਨੇ ਇਨਸਾਨ ਖੁਦ ਤੰਗ ਹੋ ਜਾਂਦਾ हाँ ये तो बड़ा मुश्किल हो जाती है फिर ਲੈ ਕੇ ਲੱਥੇ ਅੱਡੇ ਤੇ ਹੀ ਪਏ ਹੁੰਦੇ ਨੇ ਸਵੇਰੇ ਹੱਥ ਹੀ ਉੱਡ ਕੇ ਤੇ ਫੇਰ ਬੈਠੇ ਹੁੰਦੇ ਜੀ ਅੱਲਾ ਦੀ ਆਦਤ ਕੋਈ ਆਏਗਾ ਤੇ ਲੈ ਜਾਏਗਾ वैसे तो बड़े भैड़े हालात नहीं कभी जिंदगी 'ਚ ਤੁਸੀਂ ਇਹੋ ਜਿਹੇ ਹਾਲਾਤ ਵੇਖੇ ਸਨ ਪਾਕਿਸਤਾਨ ਦੇ ਪਰ ਤੁਸੀਂ ਵੀ ਇੱਕ ਜ਼ਿੰਦਗੀ ਲੰਘਾਈ ਹੈ ਉਮਰ ਲੰਘਾਈ ਹੈ ਮਾਸ਼ਾਅੱਲਾ ਭਾਈ ਸਾਡੀ ਤਰ੍ਹਾਂ ਐਸੀ ਜਗ੍ਹਾ ਲੰਘਾਈ ਹੈ ਤੁਸੀਂ ਤੇ ਇਹੋ ਜਿਹੇ ਹਾਲਾਤ ਕਦੀ ਪਹਿਲੇ ਕਿਤੇ ਐਸੇ ਕਿੰਨੇ ਬਜ਼ੁਰਗ ਹੋਣਗੇ ਜਿਹੜੇ ਇਸ ਕਾਬਿਲ ਵੀ ਨਹੀਂ ਕਿ ਮਿਹਨਤ ਕਰ ਸਕਣ ਬਿਲਕੁਲ ਐਜੀ ਗੱਲ ਹੈਗੀ ਜੀ ਸਰਕਾਰ ਜੀ ਹਾਂਜੀ ਹੈ ਭਾਈਜਾਨ ਇਹ ਹਾਲਾਤ ਕਿੰਨੇ ਠੀਕ ਕਰਨੇ ਨੇ ਸਾਜ ਜੀ ਮਹਿੰਗਾਈ ਨਹੀਂ ਕੀਤੀ ਕਈ ਮਜ਼ਦੂਰਾਂ ਦੇ ਘਰ ਟੁੱਟ ਅੱਲਾਹ ਦਾ ਹੈ ਹੁਕਮਰਾਨ ਅੱਲਾਹ ਦਾ ਸਾਡੇ ਕੋਲ ਅੱਲਾਹ ਦਾ ਹੈ ਤੇ ਗੱਲ ਹੀ ਇਹੀ ਹੈ ਕਈ ਮਜ਼ਦੂਰ ਗਰੀਬਾਂ ਦੇ ਘਰ ਟੁੱਟ ਗਏ ਨੇ ਜਿੰਨੀ ਮਹਿੰਗਾਈ ਆਈ ਹੈ ਨੇ ਕਈ ਗਰੀਬਾਂ ਦੇ ਘਰ ਟੁੱਟ ਗਏ ਨੇ ਕਈਆਂ ਦੀ ਕੁੜੀਆਂ ਛੱਡ ਗਈਆਂ ਨੇ ਹਕੂਮਤ ਦੀ ਜਦੋਂ ਬੱਚਿਆਂ ਨੂੰ ਖਰਚਾ ਨਹੀਂ ਆਉਂਦਾ ਕੁੜੀ ਛੱਡ ਕੇ ਆਪਣੇ ਮਾਪਿਆਂ ਦੇ ਘਰ ਜਾ ਕੇ ਉਹ ਬੈਠ ਗਈ ਜ਼ਾਹਿਰੀ ਗੱਲ ਹੋ ਕਹੇਗੀ ਜੀ ਮੇਰੀ ਜ਼ਿੰਮੇਵਾਰੀ ਨਹੀਂ ਚੁੱਕ ਸਕਿਆ ਨਹੀਂ ਚੁੱਕ ਸਕਿਆ ਤੇ ਮੈਂ ਭਾਈ ਆਪਣੇ ਪਿਓ ਵੱਲ ਚੱਲੀ ਆ ਆਪਣੇ ਪਿਓ ਵੱਲ ਆਹੋ, ਮੈਨੂੰ ਤਾਂ ਰੋਟੀ ਚਾਹੀਦੀ ਹੈ। ਕਈ ਗਰੀਬਾਂ ਦੇ ਘਰ ਬਰਬਾਦ ਹੋਏ ਨੇ ਹਕੂਮਤ ਨੂੰ ਕੀ ਪਤਾ ਜਿੰਨੇ ਨਾਲ ਬੀਤਦੀ ਉਹਨੂੰ ਪਤਾ ਹੁੰਦਾ ਸਭ ਤੋਂ ਪਹਿਲੇ ਰੱਬ ਤੋਂ ਬਾਅਦ ਵਜ਼ੀਰ ਆਜ਼ਮ ਤੇ ਆਰਮੀ ਚੀਫ ਰੱਬ ਨੇ ਥੱਲੇ ਇਕਤਦਾਰ ਦਿੱਤੇ ਨੇ ਨਾ ਉਹਨਾਂ ਦਾ ਕੰਮ ਹੈਗਾ ਮਾਮਲੇ ਰੋਟੀ ਦੇਵੇ ਉਸ ਤੋਂ ਬਾਅਦ ਹੈ ਜੀ ਰੱਬ ਤੋਂ ਬਾਅਦ ਹੈ ਵਜ਼ੀਰ ਆਜ਼ਮ ਹਾਂ। ਆਰਮੀ ਚੀਫ ਆਹੋ ਇਹਨਾਂ ਨੂੰ ਚਾਹੀਦਾ ਗਰੀਬ ਦਾ ਖਿਆਲ ਕਰਨਾ ਗਰੀਬ ਦਾ ਤਕਲੀਫ ਖਿਆਲ ਦੇਣਾ। ਕਰਨ। ਅਸੀਂ ਇੱਥੇ 10-10 ਦਿਨ 20-20 ਦਿਨ ਬੈਠੇ ਰਹਿੰਦੇ ਹਾਂ ਸਾਡੀ ਇੱਕ ਦਿਹਾੜੀ ਲੱਗਦੀ ਹੈ 8000 ਰੁਪਏ ਮਕਾਨ ਦਾ ਕਿਰਾਇਆ 10000 ਬੱਤੀ ਦਾ ਬਿੱਲ ਆ ਜਾਂਦਾ 5000 ਗੈਸ ਦਾ ਬਿੱਲ ਆ ਜਾਂਦਾ ਹੈ 12,000 ਪਾਣੀ ਦਾ ਬਿੱਲ ਆਉਂਦਾ ਹੈ ਉਸ ਤੋਂ ਬਾਅਦ 10 ਕਿਲੋ ਦਾ ਤਾੜਾ 1500 ਰੁਪਏ ਦਾ ਜਿਹੜਾ ਗਰੀਬ ਬੰਦਾ ਲੈ ਹੀ ਨਹੀਂ ਸਕਦਾ ਇਕੱਠਾ ਤੋੜਾ ਕਿਲੋ ਆਟਾ ਲੈ ਸਕਦਾ ਉਹ ਵੀ ਬੜੀ ਮੁਸ਼ਕਿਲ ਦਿਹਾੜੀ ਲੱਗੇ ਤਾਂ ਲੈ ਸਕਦਾ ਇਹ ਤੇ ਗੱਲ ਕਿੱਥੇ ਤੇ ਕਿੱਥੇ ਚਲੀ ਗਈ ਭਾਈ ਕਿੱਥੇ ਦੀ ਕਿੱਥੇ ਚਲੀ ਗਈ ਕਿ ਇਹ ਫਿਰ ਕਹਿਣਗੇ ਕਿ ਗਰੀਬ ਖਰਾਬ ਹੋ ਗਿਆ ਕੱਲ ਨੂੰ ਜੋ ਜਾ ਕੇ ਉਹ ਚੋਰੀਆਂ ਵਧਣਗੀਆਂ ਤਾਂ ਫਿਰ ਉਹ ਗਰੀਬ ਨੇ ਕੀ ਕਰਨਾ ਹੈ ਮਰਨਾ ਹੀ ਹੈ ਉਹ ਗਰੀਬ ਜਾ ਕੇ ਚੋਰੀ ਕਰਨਗੇ ਕੀ ਕਰਨਗੇ ਐਂਜੀ ਕਰਨਗੇ ਹੋਰ ਕੀ ਕਰਨਗੇ ਇਹੀ ਰਹਿ ਜਾਂਦਾ ਹੋਰ ਕੀ ਇਹੀ ਉਹ ਵੀ ਰਹਿ ਗੁਨਾਹ ਜਾਂਦਾ ਹੈਗਾ ਯਾਰ ਆਖਰੀ ਆਪਸ਼ਨ ਹੀ ਆਈ ਹੈ ਗੁਨਾਹ ਹੈਗਾ ਭਾਈ ਨੂੰ ਵੀ ਨਾ ਤੇ ਅਲਹਮਦੁਲਿਲਾ ਹੈ ਸਰ ਪਰ ਦੇਖੋ ਅੱਜ ਜ਼ਰੂਰ ਅਸੀਂ ਆਪਣੀ ਆਖਰਤ ਖਿਲਾਫ ਕਰਨੀ ਹੈ ਮਾਸ਼ਾਅੱਲਾ ਤੁਸੀਂ ਮੀਡੀਆ ਚੈਨਲ ਤੇ ਹੋ, ਤੁਸੀਂ ਰਾਤ ਨੂੰ ਦੇਖਦੇ ਹੋ ਐਂਡ ਪਾਉਂਦੇ ਹੋ ਨਾ ਕਿ ਵਾਰਦਾਤਾਂ ਕਿਸ ਤਰ੍ਹਾਂ ਹੋਈਆਂ ਹਾਂ ਆਮ ਔਰਤ ਜਾ ਰਹੀ ਉਹ ਤੇ ਕੋਈ ਖੋਹ ਕੇ ਲੈ ਗਿਆ ਮੇਰੇ ਵਗੈਰਾ ਜਾ ਰਿਹਾ ਉਹ 300 ਤੇ ਉਹ ਵੀ ਖੋਹ ਲਿਆ ਉਹਨਾਂ ਨੇ ਯਾਨੀ ਉਹ ਹਾਲਾਤ ਤੇ ਸਤਾਏ ਲੋਕ ਨੇ ਹਾਲਾਤ ਦੇ ਸਟਾਈਲ ਹੋ ਗਏ ਜਿਹੜਾ ਕੋਈ ਤਗੜਾ ਉਹ ਖੋਹ ਇਨਸਾਨ ਕੇ ਲੈ ਕੋਈ ਵੀ ਜਾਂਦਾ ਗਲਤ ਨਹੀਂ ਹੁੰਦਾ ਸਿਰਫ ਹਾਲਾਤ ਨੂੰ ਖਰਾਬ ਕਰ ਬਣਨਾ ਹੈ ਨਾ ਮੇਰੇ ਵਗੈਰਾ ਨਹੀਂ ਖੋ ਸਕਦਾ ਇੱਥੇ ਬੈਠਾ ਹੈ ਕਿ ਯਾਰ ਮੈਂ ਕਿਹਦੇ ਕੋਲ ਖੋਕਲ ਜਾਵਾਂ ਖੋਕਲ ਜਾਵਾਂ ਵੀ ਤੇ ਕਿਸ ਬੁਨਿਆਦ ਤੇ ਉਹਨਾਂ ਬੱਚਿਆਂ ਦੇ ਕੀ ਖਵਾ ਕੇ ਤੇ ਉਹਨਾਂ ਦੇ ਬੱਚਿਆਂ ਨੂੰ ਹਰਾਮ ਤੇ ਨਹੀਂ ਨਾ ਖਵਾਉਣਾ ਇਸ ਅਸੀਂ ਤਰ੍ਹਾਂ ਖਵਾਈਏ ਜ਼ਰੂਰ ਹੈ ਨਾ ਜ਼ੁਲਮ ਹੈਗਾ ਬੱਚੇ ਨਾਲ ਵੀ ਜ਼ੁਲਮ ਹੈ ਆਪਣੀ ਆਖਰਤ ਵੀ ਖਰਾਬ ਹੋ ਜਾਏਗੀ ਇਹਨਾਂ ਫਰਾਡ ਮਾਰੀ ਮਾਰਾ ਹੈ ਮੈਨੂੰ ਕਹਿੰਦੇ ਨੇ ਚਾਹੀਏ ਮੇਰੇ ਕੋਲ 1000 ਰੁਪਇਆ ਫੜੀ ਚੀਨੀ ਤੇ ਲਿਆ ਦੇ ਤੇ ਮੈਂ ਅਗਰ 1000 ਰੁਪਇਆ ਲੈ ਕੇ ਚਲਾ ਜਾਵਾਂ ਸਾਰੀ ਗੱਲ ਹੈ ਨਿਜ਼ਾਮ ਖਰਾਬ ਹੈ ਦਾ ਸਾਰੀ ਗੱਲ ਮੇਰੀ ਹੱਥ 'ਚ ਬੈਠੇ ਕੋਈ ਚੀਨੀ ਆਣੀ ਹੈ ਤੇ ਮੈਂ ਚਾਹ ਪਕਾ ਕੇ ਵੇਚਣੀ ਹੈ ਤੇ ਮੇਰਾ ਨਿਜ਼ਾਮ ਚੱਲਣਾ ਹੈ ਐਨਜੀ ਹੈ ਭਾਈ ਸਾਰੀ ਗੱਲ ਤੇ ਮੈਂ ਹੀ ਫਰਾਡਬਾਜ਼ੀ ਮਾਰ ਜਾਵਾਂਗਾ ਤੇ ਸਾਰੀ ਗੱਲ ਪਿੱਛੇ ਆਈ ਕੁਛ ਹੋਣਾ ਓਏ ਹੋਏ ਤੇ ਰੁਕਦਾ ਹੀ ਨਹੀਂ ਇਹ
पाए नहीं, खत्म नहीं हो सकता सर, किसी तरह भी नहीं। ਹਕੂਮਤ ਹੈ ਨਾ, ਹਕੂਮਤ ਭਾਵੇਂ ਅਫਸਰਾਂ ਨੂੰ ਘਰ ਵੀ ਦਿੰਦੀ ਹੈ, ਗੱਡੀ ਵੀ ਦਿੰਦੀ ਹੈ, ਪੈਟਰੋਲ ਵੀ ਦਿੰਦੀ ਹੈ, ਆਪਣਾ ਘਰ ਵੀ ਉਹਦੇ ਨਾਲ ਕਰਾਉਂਦੀ ਹੈ, ਸਾਰਾ ਕੁਝ ਆਉਣ ਜਾਣ ਵਾਸਤੇ ਉਹਨੂੰ ਗੱਡੀ ਦਿੰਦੀ ਹੈ, ਉਹਨੂੰ ਘੁੰਮਣ ਵਾਸਤੇ ਵੀ ਗੱਡੀ ਦਿੰਦੀ ਹੈ, ਪੈਟਰੋਲ ਵੀ ਦਿੰਦੀ ਹੈ, ਉਹਦੇ ਖਰਚੇ ਵੀ ਚੁੱਕਦੀ ਹੈ, ਉਹਦੇ ਖਰਚਾਤ, ਉਹਦਾ ਖਾਣਾ ਪੀਣਾ ਸਭ ਕੁਝ ਹਕੂਮਤ ਦੇ ਪੇਟੋਂ ਦਾ। ਲੇਕਿਨ ਅਫਸਰ ਕੋਈ ਕੰਮ ਨਹੀਂ ਕਰਦੇ ਕਰ ਗਰੀਬ ਆਵਾਮ ਦੇ ਬਾਰੇ ਕੋਈ ਰਿਲੀਫ ਨਹੀਂ ਹੈਗਾ। ਕੋਈ ਗਰੀਬ ਆਵਾਮ ਨੂੰ ਨਾ ਆਟਾ ਸਸਤਾ ਮਿਲੇ, गरीब वास्ते की रिलीफ होना चाहिए ਅੱਜ ਦੱਸੋ ਵਜ਼ੀਰ ਆਜ਼ਮ ਰਿਲੀਫ ਇਹ ਹੋਣਾ ਚਾਹੀਦਾ ਕਿ ਮਹਿੰਗਾਈ ਖਤਮ ਹੋਵੇ। ਇਹ ਜਿਹੜਾ ਘਿਓ 600-700 ਰੁਪਏ ਕਿਲੋ ਹੈ, 300 ਰੁਪਏ ਕਿਲੋ ਹੋਣਾ ਚਾਹੀਦਾ, ਠੀਕ ਹੈ। ਇਹ ਜਿਹੜੀ ਹੋਟਲ ਤੇ ਰੋਟੀ 20 ਰੁਪਏ ਦੀ ਹੈ, 10 ਰੁਪਏ ਦੀ ਰੋਟੀ ਹੋਣੀ ਚਾਹੀਦੀ ਹੈ। 10 ਵੀ ਬੜੀ ਜਿਹੜਾ ਨਾਨ 10 ਮਹਿੰਗੀ ਹੈ। ਜਿਹੜਾ ਨਾਨ 35 ਰੁਪਏ ਦਾ ਉਹ 20 ਰੁਪਏ ਦਾ ਹੋਣਾ ਚਾਹੀਦਾ ਗਰੀਬ ਬੰਦੇ ਵਾਸਤੇ। ਇਹ 20 ਰੁਪਏ ਬੜਾ ਜ਼ਿਆਦਾ ਦੱਸਦੇ ਪਏ ਹੋ, ਮੈਂ ਤਾਂ ਸਮਝਿਆ ਕਹੋਗੇ 5 ਰੁਪਏ ਦਾ ਹੋਣਾ ਚਾਹੀਦਾ ਈਸ਼ਾ ਜੀ ਨਾਨ। ਯਾਰ 20 ਵੀ ਬੜਾ ਮਹਿੰਗਾ ਸਾਜ ਜੀ। 50 ਰੁਪਏ ਦੇ ਕੁਲਚੇ ਸ਼ੌਕ ਨਾਲ ਲਾ ਕੇ ਤੰਦੂਰ ਵਾਲਾ ਦਿੰਦਾ ਸੀ। ਆਹੋ ਹੁਣ ਉਹਨੂੰ ਸਪੈਸ਼ਲ ਜਾ ਕੇ ਉਹਨੇ ਯਾਰ 4 ਕੁਲਚੇ ਲਾ ਦੇ, ਉਹ ਸਪੈਸ਼ਲ ਦੱਸ ਦਿੰਦਾ ਕਿਉਂਕਿ ਭਾਈ 35 ਰੁਪਏ ਦਾ ਕੁਲਚਾ ਮਿਲਣਾ ਹੀ ਜਿਹੜਾ ਸਪੈਸ਼ਲ ਹੈਗਾ। ਸਪੈਸ਼ਲ ਹੈ, ਜਿਹਨੂੰ ਮੈਂ ਤੇਲ ਲਾ ਕੇ ਸਰਕਾਰ ਨੇ ਨਾ ਇੱਕ ਉਹਦਾ ਵਜ਼ਨ ਤੈਅ ਕੀਤਾ ਹੁੰਦਾ ਹੈ, ਤੁਹਾਨੂੰ ਪਤਾ ਹੈ? ਬਿਲਕੁਲ 100 ਗ੍ਰਾਮ ਦੇ ਪੇੜੇ ਦਾ ਆਹੋ ਕਿ ਉਹਨਾਂ ਹੀ ਹੋਣਾ ਚਾਹੀਦਾ ਹੈ। ਨਹੀਂ ਨਾ ਹੈਗਾ ਸਰ, ਉਹ ਕੁਝ ਦੇਖੋ ਜੀ ਜਗ੍ਹਾ ਤੇ ਕਰਪਸ਼ਨ ਹੋ ਰਹੀ ਹੈ, ਉਹਨਾਂ ਨੂੰ ਪਤਾ ਕਿ ਸਾਨੂੰ ਪੁੱਛਣਾ ਲੱਗੇ। ਇੱਥੋਂ ਅਸੀਂ ਹੁਣ ਚੀਜ਼ ਲੈਣੇ ਨਾ ਕੇਲਾ ਇੱਕ ਦੇਖ ਲਓ, ਤੇ ਰੇੜੀ ਦੇ ਚੌਂਕ 'ਚ ਫੇਰ ਕੇ ਵੇਖ ਲਓ, ਕਿਤੇ 150 ਹੋਏਗਾ, ਕਿਤੇ 100 ਹੋਏਗਾ। ਹਰ ਬੰਦੇ ਦਾ ਆਪਣਾ ਆਪਣਾ ਰੇਟ ਹੈਗਾ। ਆਪਣਾ ਆਪਣਾ ਅੱਜ ਤੋਂ 5 ਸਾਲ ਪਹਿਲੇ ਰੋਟੀ ਲਈਦੀ ਸੀ ਨਾ, ਉਹੀ 70 ਹੈ। ਤੇ ਤੁਸੀਂ ਤਾਂ ਬੇਇੱਜ਼ਤੀ ਕੀਤਾ ਨਾ, ਵਜ਼ੀਰ ਆਜ਼ਮ ਨੇ ਆ ਕੇ ਤੇ ਨਹੀਂ ਨਾ ਕੀਤਾ ਨਾ, ਫਿਰ ਵਾਲਾ ਕਸੂਰ ਤੇ ਨਹੀਂ ਨਾ ਹੈਗਾ। ਉਹਨਾਂ ਨੂੰ ਖਿਆਲ ਤੇ ਕਰਵਾਉਣਾ ਚਾਹੀਦਾ ਨਾ ਕਿ ਬਾਹਰ ਕੀ ਹੋ ਰਿਹਾ। ਕੀ ਕੰਮ ਕਰਦੇ ਹੋ? ਲੱਗੀ ਅੱਜ ਦਿਹਾੜੀ? 16 ਦਿਨ ਦਾ ਮਤਲਬ ਕੋਈ ਦਿਹਾੜੀ ਨਹੀਂ ਲੱਗੀ ਤੇ ਫਿਰ ਗੁਜ਼ਾਰੇ ਕਿਵੇਂ? ਕੋਈ ਸ਼ੱਕ ਹੀ ਨਹੀਂ ਮੇਰਾ ਰੱਬ ਦੀ ਜ਼ਾਤ ਹੈ। ਘਰ ਬੱਚੇ ਨੇ, ਸਾਡੀ ਚਾਚੀ ਹੋਣੀ ਹੈ, ਪੈਸੇ ਚਾਹੀਦੇ ਉਹਨਾਂ ਨੂੰ ਹਾਂਡੀ ਰੋਟੀ ਕਰਨ ਲਈ। ਜਿਹਨੇ ਪੈਦਾ ਕੀਤਾ ਭੁੱਖਾ ਨਹੀਂ ਮਰਨ ਦਿੰਦਾ। ਬਕਾਇਆ ਜ਼ਿੰਦਗੀ ਦੀ ਜ਼ਰੂਰੀਅਤ ਜੋ ਵੀ ਹੈ ਨਾ, ਉਹ ਤੋਂ ਤੰਗ ਹੈਗਾ, ਲੇਕਿਨ ਰੋਟੀ ਤੋਂ ਤੰਗ ਨਹੀਂ ਹੈ। ਇਹ ਸਾਡਾ ਈਮਾਨ ਹੈ, ਇਨਸ਼ਾਅੱਲਾ ਇਹ 'ਚ ਕੋਈ ਸ਼ੱਕ ਨਹੀਂਗਾ। ਮਗਰ ਸਿਆਸਤਦਾਨ ਕਿਸੇ ਦਾ ਤਬਕਾ ਨਹੀਂ, ਹਾਂ ਸਾਡੀ ਕੋਈ ਰੋਟੀ ਨਹੀਂ ਬਚ ਸਕਦੀ। ਭਾਵੇਂ ਨਿਵਾਜ਼ ਸ਼ਰੀਫ ਹੈ, ਭਾਵੇਂ ਬੇਨਜ਼ੀਰ ਸਹੀ, ਭਾਵੇਂ ਕੋਈ ਆ ਜਾਵੇ। ਖਾਸ ਪਰ ਤੁਹਾਡਾ ਨਾ ਵੱਡਾਪਨ ਹੈਗਾ, ਮਗਰ ਗੱਲ ਹੈਗੀ ਜਿਸ ਅਸੀਂ ਪਾਕਿਸਤਾਨ 'ਚ ਰਹਿੰਦੇ ਪਏ ਹਾਂ, ਹਸਪਤਾਲ ਹੁਣੇ ਜਾਣਾ ਪਈਏ ਤੇ ਹਾਲਾਤ ਹੈਗੇ ਨੇ ਟਾਣੇ ਇਲਾਜ ਹੋਣ ਦੇ, ਕਿ ਅੱਲਾ ਨਾ ਕਰੇ ਕੁਝ ਹੋਈ ਹੈ ਇਹਦੇ। ਜਦੋਂ ਮੇਰੇ ਮਾਲਕ ਨੇ ਲਿਖੀ ਉੱਥੇ ਆ ਜਾਣੀ ਹੈ, ਭਾਵੇਂ ਅਸੀਂ ਹਸਪਤਾਲ ਨਹੀਂ, ਭਾਵੇਂ ਅਸੀਂ ਮਦੀਨੇ ਟੋਲੇ, ਜਦੋਂ ਸਾਡੀ ਲਿਖੀ ਉਦੋਂ ਆ ਜਾਣੀ। ਇਹ ਸਾਡੀ ਤਵੱਕਲ ਪੱਕੀ ਹੈ, ਸਾਡੀ ਆਈ ਸਮਝੋ ਆ ਗਈ ਤੇ ਅਸੀਂ ਕਬਰ 'ਚ ਚਲੇ ਗਏ। ਉਸ ਤੋਂ ਪਹਿਲੇ ਕੋਈ ਦਵਾਈ ਵੀ ਲੈਣੀ ਪੈਂਦੀ ਹੈ, ਕੋਈ ਘਰ ਰਾਸ਼ਨ ਆਟਾ ਲੈ ਕੇ ਜਾਣਾ ਹੈ, ਕੋਈ ਸਬਜ਼ੀ ਸੁਬਜ਼ੀ ਲੈ ਕੇ ਜਾਣੀ ਹੈ, ਮਿਹਨत करो। सोचे ये हमारे हुक्मरान सोचे, हम तो सोचे इसी के बारे में। उनके पाकिस्तान के जो आज रहते हैं, बादशाह बन के बैठे हैं, वज़ीर आज़म बन के बैठे हैं, उनको सोचना चाहिए कि मेरे नीचे तबका जो है वो क्या है। आज इंडिया को देखो, यूरोप को देखो, इंडिया को ही देख लो यार, यूरोप को छोड़ दो, वो तो बहुत बड़ी कंट्री है ना। हालांकि जो लेबर तबका है ना आप लोगों का, ये सबसे मेहनती तबका है। किसी भी मुल्क में इस तबके को सबसे ज़्यादा सहूलियात दी जाती है। दुबई सऊदी जाते जोड़े बंदे, क्या होता है वहाँ पे, क्या सहूलियात मिलती है पता है आपको? राशन मुफ्त, हर चीज़ ये मुफ्त है। तालीम बच्चों की मुफ्त, तो फॉरेन कंट्री अस्पताल मुफ्त। आप बाहर की मैं हाँ, तो यहाँ नहीं होना चाहिए। हम बाहर के मुल्क नहीं है। हो नहीं सकता। हमारे वज़ीर आज़म ने क्या पाकिस्तान हो जाए मुल्क है। हज़रत उमर फारूक के बाद बिल्कुल अगर कोई सियासतदान अच्छा आया था तो वो था भुट्टो साहब। अच्छा, उनके बाद मेरे देखने में कोई अच्छा सियासतदान नहीं आया, हाँ। चाहे नवाज शरीफ हो, इनके आने या आने से कोई फर्क नहीं है, ठीक है। हमें रोटी से मतलब है कि सियासतदानों से आने से मतलब है? सियासत रोटी तभी मिलेगी जब सियासतदान ठीक होगा। अच्छा। एक मजदूर 1000 रुपया कमा रहा है, एक हुकूमत की बात है, नवाज शरीफ को लगा रहा है, हाँ। 1000 रुपया कमा रहा है, वो 1200 उसके घर का खर्चा है, 200 कहाँ से लाएगा, कहाँ से लाएगा? कर्जा ही होगा ना। वो देखना, एक हुकूमत आती है 1000 रुपया कमाते हैं, 400 रुपया बचता है, हाँ। वो 400 रुपया हम अपनी सैलरी जमा कर देते हैं कि यार हम बेटी शादी करेंगे, इसको ऐसा ऐसा जमा करके ये करेंगे वो करेंगे, सोच होती है हर इंसान की एक सोच। सेविंग करने का दौर रह गया, जमा करने का दौर रह गया। मैं मजदूर आदमी तोड़ाई का काम करता हूँ। मियाँ साहब की हुकूमत को ले लेंगे आप, मियाँ साहब की हुकूमत में 50,000 रुपया मेरी इस जेब में 50,000। तो अभी भी मियाँ साहब की हुकूमत ही है। अभी मियाँ साहब नहीं बैठे, अभी जिनकी माने जा रहे उनकी बात करें, मियाँ साहब की नहीं मानी जा रही। मियाँ साहब ਦੇ ਭਰਾ ਨਹੀਂ ਸ਼ਬਾਜ਼ ਸ਼ਰੀਫ ਸਾਹਿਬ? ਭਰਾ ਨੇ ਉਹਦੇ ਮੰਨਨੇ ਆ, ਉਹਦਾ ਭਰਾ ਨੇ ਪਲਾਕੀ ਗਿਆ ਦੀ ਜਦੋਂ ਆਇਆ ਦੀ, ਜਿਹਨੇ ਮੈਂ ਕੱਪੜੇ ਵੇਚ ਕੇ ਆਟਾ ਸਸਤਾ ਗਿਆ ਨਹੀਂ ਸੀ, ਆਓ ਦੱਸੋ ਇਹਨਾਂ ਨੂੰ। ਜਿਹਨੇ ਕੱਪੜੇ ਵੇਚ ਕੇ ਆਟਾ ਸਸਤਾ ਕਰਾਂਗਾ, ਹਾਂ। ਮੈਂ ਇੰਜ ਕਰਾਂਗਾ, ਉਹਦੇ ਵਾਅਦੇ ਕਿੱਥੇ ਗਏ? ਸਾਨੂੰ ਵਾਅਦਾ ਕਰਕੇ ਆਟਾ ਸਸਤਾ ਕਰ ਦਿੰਦਾ ਨਹੀਂ ਤੇ ਮਗਰ ਅੱਜ ਨਾਰਾ ਮਾਰਨਾ ਸੀ। ਹਾਂ। ਜਦੋਂ ਸਾਡੇ ਬੱਚਿਆਂ ਦੀ ਇਹਨੇ ਰੋਟੀ ਖਿੱਚ ਲਈ ਨਾ, ਸਾਡੇ ਬੱਚਿਆਂ ਦਾ ਹੱਕ ਖਿੱਚਿਆ, ਦੁਨੀਆ ਇੱਧਰ ਦੀ ਇੱਧਰ ਹੋ ਜਾਈ, ਵੋਟ ਨਹੀਂ ਪਾਉਣਾ ਇਹਨੂੰ।
वोट एक कोई बनता है। तुम्हारे और मेरे वोट से कोई हुकूमत नहीं जीतती, ये याद रखना है आप। समझ में आई बात? तू ऐसे कर, तुम्हारी आबादी में जितने आते हैं ना, तो पोलिंग स्टेशन है या 4 है, सारे को रोक लो। बाकी किसी ने जाके इलेक्शन में वोट नहीं देना। शाम को लाना जो होगा फलाना जीत गया है, हमारे वोट पे कोई नहीं आ रहा। बात हक की करो, बात खत्म हो गई। कोई भी हमारे वोट पे नहीं आ रहा। दो या ना हमारे दो, वोट पे कोई हुक्म आप वोट दें या ना दें, आप घर बैठे रहें, इन्होंने बन जाना है। इनको वो, क्योंकि शनाख्ती कार्ड की सारी डेट नादरा के पास है, हर चीज़ हमारा पूरा नहीं छोड़ दे ना, मैंने अभी पकड़ ले जो कहती हो आज क्या कर ना, मैं नवाज शरीफ से ना। और चलने की बात है, ये बात छोड़े, हमें इनसे कौन सा नहीं है, हमें रोटी किलो आटा गरीब आदमी ले नहीं सकते। या 100 रुपये दी या 200 रुपये दी, आज यकीन करो, एक मैं मजदूर बंदा हूँ, नौकरी भी कर रहे हैं, नौकरी कर रहे हैं वहाँ सिक्योरिटी गार्ड की, मगर 3,500 3,500 रुपये की आटा की भुखी है दे रहे हैं 20 किलो की, और आटा भी जनाब खान के काबल नहीं है। इन्हें आटा वंडिया, इन्होंने आटा वंडना नहीं चाहिए, इन्होंने आटा सस्ता करना चाहिए सी, इन्होंने ताकि लोग दुकानों तो ले लेंदे, बहुत सस्ता कर देंगे मुफ्त की जगह। हाँ सही मशवरा अच्छा नहीं था तुम इन्होंने सस्ता कर देंगे, मगर इन्होंने गलती की थी आटा वंड के। मुफ्त किन्ने आटा शबाशी साहब ने दसी रमजान जो मुफ्त आटा ਦਿੱਤਾ ਤੇ ਆਪਦੇ ਵਾਲਿਆਂ ਨੂੰ ਦਿੱਤਾ ਜਿਹੜੇ ਦਿੱਤਾ ਤੇ ਹੈ। सब लोग ही है, कोई ये नहीं है कि हाँ भी ये पीपल्स पार्टी का है या पीटीआई का है या एमक्यूएम का है, सबको दिया ਦਿੱਤਾ ਮਗਰ ਵੰਡਿਆ ਆਟਾ, ਮਗਰ ਇਹਨਾਂ ਨੂੰ ਵੰਡਣਾ ਨਹੀਂ ਸੀ ਚਾਹੀਦਾ, ਕਿਉਂਕਿ ਐ ਮਹਿੰਗਾਈ ਅੱਜ ਬਿਜਲੀ ਦਾ ਬਿੱਲ ਦੇਖ ਲਓ 8 ਰੁਪਏ ਬਚ ਗਿਆ। ਇੱਕ ਮਿੰਟ ਬੱਕ ਬੱਕ ਨਾ ਕਰ, ਨਵਾਜ਼ ਸ਼ਰੀਫ ਹੋ ਰਹਾ ਹੈ और आटा 23 अरब रुपए की ग्रांट मंजूर की है, 23,000 रुपए की 23 करोड़ 100 अरब की ग्रांट दे के आटा फ्री हो गया। ठीक है, ये नहीं देखिया अगर 500 चौके 1150 का कर दिता, उन्होंने डबल करके साढ़े पिछों कट लिया। ਉਹੀ ਕਹਿ ਰਹੇ ਨੇ, ਉਹੀ ਕਹਿ ਰਹੇ ਨੇ। एक महीना फ्री दे के 11 महीने साड़ी तो दिता है, ਕਿਹੜਾ ਫਰੀ ਹੈ? ਇਹ ਉਹ ਗੱਲ ਕਰਦੇ ਪਏ ਨੇ। 500 ਕਰੋੜ ਰੁਪਏ ਆਪਣੀ ਜੇਬ ਚ ਪਾ ਲਿਆ, ਸਾਨੂੰ 23 ਕਰੋੜ ਦੀ ਬਚਤ ਹੈ, ਕੀ ਰਿਲੀਫ ਦਿੱਤਾ ਸਾਨੂੰ ਅੱਲਾਹ ਨੇ। ਹੁਣ 7 ਰੁਪਏ ਪੈਟਰੋਲ ਸਸਤਾ ਕੀਤਾ, 20 ਰੁਪਏ ਉਤਾਰਦਾ, ਗਰੀਬ ਆਦमी ਕੀ ਕਰੇਗਾ, ਮਰੇਗਾ ਤਾਂ ਨਹੀਂ, ਕੀ ਕਰੇਗਾ, ਕੀ ਸਸਤਾ ਸਾਡੇ। ਬਿਜਲੀ ਦਾ ਬਿੱਲ 8 ਰੁਪਏ ਵਧਾਇਆ, 4 ਰੁਪਏ ਤੁਹਾਡੇ ਅਗਲੇ ਮਹੀਨੇ 'ਚ ਵਧਣਗੇ, 4 ਰੁਪਏ ਤੁਹਾਡੇ ਅਗਲੇ ਮਹੀਨੇ 'ਚ ਵਧਣਗੇ। ਕਿੰਨਾ ਹੋ ਗਿਆ? 8 ਤੇ 4 12 ਰੁਪਏ ਵੱਧ ਗਏ ਹੈ ਜੀ। ਮਜ਼ਦੂਰ ਬੰਦਾ ਕਿੱਥੇ ਜਾਏਗਾ? ਘਰ ਦਾ ਬਿੱਲ ਦੇਗਾ, ਬੱਚੇ ਦੇ ਪੇਟ ਪਾਲੇਗਾ ਜਾਂ ਕੀ ਕਰੇਗਾ? ਇਹਨਾਂ ਦਾ ਬੇੜਾ ਗਰਕ। ਇਹ ਜਦੋਂ ਵੀ ਘੁੰਮਦੇ ਆਉਂਦੇ ਨਾ, ਇਹ ਸਿਆਸਤਦਾਨ ਜਿਹੜੇ ਇਹ ਆਵਾਮ ਦੀ ਲੁੱਟਮਾਰ ਕਰਕੇ ਨਾ ਸਾਡੇ ਪੈਸੇ ਦੇ ਜਾਸ਼ੀ ਕਰਦੇ ਨੇ। ਉਹੀ ਦੱਸਦੇ ਪਏ ਨੇ ਉਹ, ਸਾਡੇ ਪੈਸੇ ਦੇ ਜਾਸ਼ੀ ਕਰਕੇ ਬਾਹਰ ਜਾਂਦੇ ਨੇ, ਮੁਲਕਾਂ ਦੇ ਦੌਰੇ ਕਰਦੇ ਨੇ। ਹਾਂ ਇਹਨਾਂ ਲੁੱਟ ਮਾਰ ਕੀਤੀ ਹੈ ਲਟੇਰਿਆਂ ਨੇ। ਇਹ ਬੜੇ ਵੱਡੇ ਡਾਕੂ ਨੇ हुकूमती इदारा हालात बना दिया, ऐसा हालात ये सुगर उठी है, सुगर उठी शेर ये सस्ता नहीं कर सकता, बाकी दाल चीनी की सबको छोड़ दो, हमको तो शेर रोटी चाहिए, वो बगैर साल सूखा रोटी चाहिए, हमारे लिए ये नहीं सस्ता कर रहा है। पता नहीं ये क्या आजाद में हम फंसा दिया, पता नहीं और क्या हमारा ऊपर क्या कर रहा है ना भाई। ये गरीब आवाम देखो ना, ये भाई सुबह से शाम तक खुदा की कसम भाई हम घर नहीं जा सकते। हमारा बाप दादा प्याज के साथ रोटी खा रहा था, हमारा बाप दादा प्याज के साथ रोटी खा रहा था, फिर भी शुक्र नहीं खा रहा था। ये हुक्मरान तो हमको सूखा रोटी नहीं दे सकता, इसको शर्म नहीं आता, ये लंदन प्लेट नहीं बेच सकता, ये बिलावल आवल नहीं बेच सकता, इसको शर्म नहीं आता। ये लोग है ना, इसके इंशाल्लाह इसके ऊपर अल्लाह पाक का अजाब आने वाला है ना, इसका अजाब तो आया है ना। इसका मियाँ का बेटे अपना माँ का गबर में भी तक नहीं आया, इसको शर्म नहीं आता। ऐसा दौलत, ऐसा जिंदगी को जब माँ का गबर अभी तक उसे नहीं आया, तौबा, अपना माँ का जनाजे में नहीं आया, तौबा, तो ये इसका जिंदगी क्या पैदा। तौबा।
समझ आ गया अल्लाह रहम। भाई, अल्लाह रहम करो। तुम लोग मीडिया वाला भाई सही सही बात पहुंचा दो ना। आपकी सारी हम बात ना- पहुंचेगी। हम नहीं देखना डरना आपने रात को। हम डरना भी नहीं है ना, हम सिर्फ समझ अल्लाह आ- से डरते हैं। बिल्कुल अल्लाह से डरता है ना। हुकूमत जो भी की है ना सिर्फ जन्नत से आने की है, ठीक है। मैंने उसका दौर देखा है, जब उसने 78 में मुल्क का तख्ता उल्टा था ना, उस टाइम लैब बाई की साबुन 4 रुपये की थी। 81 में लीवर बरात वालों ने वो 4.25 रुपये की जिया साहब ने चुप कर गए कि चलो 3 साल हो गए कोई बात नहीं। जब उन्होंने देखा नहीं चुप कर गए, उन्होंने 3 माह बाद 4.5 रुपये की है वही साबुन। जिया साहब ने डंडा खींचा, उसने खबरदारी वापस करो। मैंने जिया के दौर में ना 4 रुपये किलो चीनी बेची अपने हाथ से, 6 रुपये किलो घी बेचा है। कारोबार करते थे, दुकान थी जी, आपकी? करियाने की दुकान थी मेरी, खत्म हो गई अब? मैंने 15 यानी कि 15 रुपये का 5 किलो आटा बेचा, 3 रुपये किलो मैंने आटा बेचा है फाइन, ठीक है, अपने हाथ से बेचा है। 6 रुपये किलो मैंने चने की दाल बेची है। लेकिन उसने जब डंडा खींचा ना कि वो जब तक 11 साल उसने हुकूमत की है, वो साबुन 4 रुपये की बिकी है, कहीं रेट नहीं बढ़ा, किसी चीज़ का भी नहीं बढ़ा। अगर उस टाइम मजदूर 100 रुपये लेता था ना, वो खुशहाल था, वो अपने माँ बाप को भी देता था, रिश्तेदारों को भी देता था, यानी कि मिलना मतलब उसका अच्छा था। क्यों? 100 रुपये के साथ उसका पहुँचा ना 15 दिन का राशन आ जाता था। 100 रुपये के साथ 15 दिन का राशन आ जाता था उसका। आज पहुँचा ना 15,000 का 15 दिन का राशन नहीं है। 1000 का 15 मिनट का राशन नहीं आता मेरे ख्याल से। 15,000 का 15 दिन का राशन है। मैं ये हाँ। 1000 रुपये का डेली का राशन ही नहीं है। एकदम खत्म हो जाता है। 600 रुपये किलो घी है, 160 रुपये किलो चीनी है, वाली दाल जो चने की दाल है वो 300 रुपये किलो चने की दाल तो है। आपको क्या लगता है हुक्मरानों को पता नहीं होगा कि इसके रेट ये हैं? पता है फिर यही उनके घर भी तो दाल आती होगी आई साहब, आती है, रोटी आती होगी उनके घर। लेकिन उनको परवाह ही नहीं है ना। अब मेरी बात सुनो, मेरी जेब में 500 रुपये है, मुझे पता है कि मैंने रोजाना 500 में कैसे खर्चा करना है। आपकी जेब में 50,000 है, हाँ नहीं है? एक बात अच्छा करो, मिसाल दे रहे हैं, मैं वो आई मैंने कही जा कि रहा हूँ। आपकी जेब में 50,000 है, आपने इंशाल्लाह। 50,000 को खर्चा करना है। आपने तो नहीं सोचना ना मैंने यार ये 2 रुपये की चाय क्यों पीनी है। लिहाजा जिसने मेहनत से कमाई की है वो खर्च वो सोचने से पहले सोचेगा तो सही खर्च करने से पहले। लेकिन इसको फिक्र नहीं है। काला बाग दा एक पैसा एक 4 रहने चीनी महंगे तो ने गोरनल होवा मैं ते पैसा ताजन दे गरीब 5 किलो दवा तो ताने दे देगा रोड़ा ते चीनी ये तो आप सारे लुट मार वाले ने मिलना है ना दिया बाहर सारा कुछ ना गरीबां को देता मरन भुखे मरन जिंदी लाठी होंदी बहस ये तो गरीब है वो अल्लाह दी दात दे रही है वो चला रही हो रही आज वैसे ਤੁਹਾਡੀ ਹਿੰਮਤ ਹੈਗੀ ਹੈ ਇੰਨੀ गर्मी 'ਚ बैठे हो, तो मजदूरी दिहाड़ी भी नहीं लगी, हिम्मत है बड़ी। अब ये टाइम पास के लिए हम ताश खेल रहे हैं। जब क्या करेंगे, कुछ तो करेंगे ना टाइम पास के लिए। और नहीं उन्होंने पता भी ताज पे खेल देना देखो कोई मजदूरी नहीं जितने बंदे इतने खड़े ना, कोई कसूर तो आया है, कोई मुजफ्फरगढ़ तो आया है, कोई मुल्तान तो आया है, कोई तेरे गाजी खां तो आया है, कोई भावलपुर तो आया है, पूरा पंजाब से आया बंदा, ठीक है ना। किसके लिए आया? रोटी के लिए रोटी के लिए आया। क्यों उधर नहीं मिल रही मजदूरी? चलो फिर शहर चलते हैं, वहाँ मजदूरी होगी। इधर भूख मर गए। उधर बच्चे फोन करते हैं, पैसे नहीं है, मजदूरी नहीं है। अगले तो कहेंगे जो पैसे क्या कमाया, घर उधर गए हुए हो, पैसे भेजो यहाँ पे। पैसे पे मांगते हैं, लेकिन हमारे पास तो है नहीं। हम तो अपना गुजारा मुश्किल से कर रहे हैं। 5 चीज़ें हैं मैं इंसान के लिए: घर का किराया, बत्ती का बिल, मोटरसाइकिल का पेट्रोल, रोटी हो जाना हो। ये चीज़ अगर आपके पास है तो आप मजदूरी करने जा सकते हैं, वरना नहीं जा सकते। पक्का है, ठीक है, हकीकत है। ना हमारी रोटी पूरी हो रही है, ना हम मकान का किराया दे सकते हैं, ना हम बत्ती का बिल दे सकते हैं, ना हम मोटरसाइकिल में पेट्रोल डाल सकते हैं। नवी नवी सड़क बना रही है, पुल बनाते पे ने हुकूमत आड़े ਲਈ पैसे गिन के खाई जाते हैं आप। है। और नहीं मैं ਤੁਹਾਡੇ ਨਾਲ ਹੈਗਾ, ਤੁਹਾਡੇ ਵੀ कमीशन ले रहे ने वो जेड़े कमीशन लेंदे पे ने वो तो टेढ़ा होता मेरे साडे लिखी बताओ मैं पहले चाचा जी लवाਵਾਂ ਮੈਂ ਤਾਂ ਆਣਾ ਤੁਹਾਡੇ ਨਾਲ। बाहर जो कंपनी आया है उन्होंने अपने बंदे ने पक्के रखे, उन्होंने लेबर ठेकेदार पक्के ਨਹੀਂ ਤੇ रखे। ਲੇਬਰ ਸਾਰੀ ਬਾਹਰੋਂ ਤਾਂ ਨਹੀਂ ਨਾ ਆਏਗੀ ਚਾਚਾ ਜੀ, ਤੁਸੀਂ ਜਾਣਾ ਮੈਂ ਜਾਣਾ। ਉਹ ਮੇਰੇ ਪੁਲ ਬਣਦੇ ਪਏ, 5-6 ਨਵੇਂ ਪੁਲ ਬਣਦੇ ਪਏ ਨੇ। पुल बनने कितु पुल बनने मशीनी काम है। मुल्क दे डाकू जरदारी डाकू जरदारी कहना एक जरदारी साहब दे भारी ਮੈਨੂੰ ਅੱਗੇ ਇੰਨੀ ਉਹਨੇ ਗੱਲ ਕਹੀ ਨਾ ਕਿ ਅੱਗੇ ਆਓ ਜਰਦਾਰੀ ਅੱਗੇ ਆਓ ਉਹਨੇ कहना मैं एक जरदारी साहब दे भारी हाँ। उनका नाम तो सामने आवे
ਸਾਰੇ ਆਮ ਆਵੇ ਆਵਾਮ ਦੇ ਸਾਹਮਣੇ ਕਿਸੇ ਨੂੰ ਨਾ ਲੈ ਕੇ ਆਵੇ ਮੈਂ ਪਹਿਲਾਂ ਆਈ ਸਾਹਿਬ ਇਧਰ ਪਹਿਲਾਂ ਗੱਲ ਇਧਰ ਆਓ, ਪਹਿਲੇ ਗੱਲ ਪੂਰੀ ਕਰਨੀ, ਹੁਣ ਇਧਰ ਆਓ। ਉਹਦਾ ਆਵਾਮ ਜ਼ੋਰ ਵੇਖੇਗੀ। ਦੇਖੋ ਨਵੇਂ ਪੁੱਲ ਨਹੀਂ ਬਣਦੇ ਪਏ, ਕੰਮ ਹੋ ਗਿਆ ਕੋਈ ਝੂਠੇ ਵਾਦੇ ਨੇ ਘਰ ਬਹਿ ਕੇ ਬੜਕਾ ਮਾਰਦਾ ਜਰਦਾਰੀ ਸਾਹਿਬ ਤੇ ਭਾਰੀ ਉਹਨੂੰ ਕਹ ਮੈਦਾਨ ਚ ਆਵੇ ਆਵਾਮ ਦੇ ਸਾਹਮਣੇ आवाम कीमा कर देगी हैं? मैंने थोड़ी बनाने हैं भाईजान, वो कह रहे हैं आवाम की सहूलत के लिए कर रहे हैं। वो कह रहे हैं पुल इसलिए बनाएंगे हम ताकि आप लोगों को जो है ना वो दिहाड़ियाँ मिल जाएं। मेरी बात सुनो, दिहाड़ियाँ जब जिसको प्रोजेक्ट देते हैं दिहाड़ियाँ वो लगाता है दूसरे हैं जो कंपनी में काम कर रहे हैं मुलाजिम, जब एक कंपनी का होता है साइन हो चुका जी मैं बनाऊंगा वो अपनी लेबर साथ लेके आता है यहाँ से। ये सारा मजदूर तबका बाहर से आ रहा है, बाहर से नहीं आ रहा है, पंजाब से नहीं है, लेकिन उनसे भी जाके ये पूछे कि आपको दिहाड़ी क्या मिल रही है। 800 1200 दो दिहाड़ी मिस्त्री की 1200 मजदूर की 800। अभी 1200 वाला क्या करेगा, 800 वाला क्या करेगा। और देखो उन्हें करप्शन नहीं की थी। मैनू नहीं पता। अच्छा मेरी गल सुन, ਮੈਨੂੰ ਕੁਛ ਵੀ ਨਹੀਂ ਪਤਾ। मैं किसी पार्टी की नहीं गल कर रहा, उन्हें करप्शन नहीं किया। बैठा बाहर क्या बैठा कौन कौन? नवाज शरीफ बाहर क्यों बैठा है? और मेरी गल सुनो, उन्हें नहीं ना की मनाना, बैठा है ना पढ़े ना अभी ये किसी लाग बाज किवें पड़ी जे हाले कुछ भी नहीं। ਉਹ ਸਾਨੂੰ ਸਿਆਸਤਦਾਨਾਂ ਕੀ ਲੱਗੇ, ਸਾਨੂੰ ਰੋਟੀ ਨਹੀਂ ਚਾਹੀਦੀ। सानू सावधान आपस की गादी सर पाकिस्तान Sorry ਦੀ ਭਾਜੀ। ਧਰਤੀ ਹੈਗੀ ਨਾ ਜ਼ਮੀਨ ਹੈਗੀ ਹਾਂ। ਇਹਦਾ ਲੈਵਲ ਨਹੀਂ ਸਹੀ ਹੈ ਜਿੱਦ ਇਹਦਾ ਲੈਵਲ ਹੋਏਗਾ ਤੇ ਮੀਆਂ ਸਾਹਿਬ ਆ ਜਾਣਗੇ। ਹੈ ਅਜੇ ਤੱਕ ਲੈਵਲ ਨਹੀਂ ਹੈਗਾ, ਲੈਵਲ ਹੀ ਨਹੀਂਗਾ। ਨਹੀਂ ਲੈਵਲ ਹੀ ਨਹੀਂ ਹੋਇਆ। ਉਹਦੇ ਮੁਤਾਬਿਕ ਸਾਡੇ ਵਾਸਤੇ ਠੀਕ ਹੈ ਕਿਉਂਕਿ ਅਸੀਂ ਖੱਡਿਆਂ ਟੁਰਨ ਵਾਲੇ ਆ, ਉਹਨਾਂ ਵਾਸਤੇ ਲੈਵਲ ਨਹੀਂ ਹੋਇਆ। ਇਹ ਲੈਵਲ ਕਰਕੇ ਦੇਣਗੇ ਫਿਰ ਜਾ ਕੇ ਕੰਮ ਚੱਲੇਗਾ ਉਹਦਾ। करावन इलेक्शन क्यों नहीं करान इलेक्शन ਕਿੰਨੇ ਇਲੈਕਸ਼ਨ ਕਰਵਾਉਣਾ ਹੈ, ਕੌਣ ਕਰਾਏਗਾ? ਕਿ ਇਲੈਕਸ਼ਨ ਤੇ ਹੁਣ ਪੈਸਾ ਹਰਾਮ ਕਰਨਾ ਹੈ, ਉਹਨਾਂ ਹੁਕੂਮਤ ਹੀ ਉਹਨਾਂ ਦੀ ਆਪਣੀ ਹੈ। ਪੈਸਾ ਲਾ ਕੇ ਬੇਵਕੂਫ ਹੈ ਅਸੀਂ, ਕੋਈ ਜ਼ਰੂਰਤ ਨਹੀਂ ਕਿਉਂ ਇਲੈਕਸ਼ਨ ਬਣਦੀ ਆ ਆਵਾਮ ਲਈ, ਗਰੀਬਾਂ ਲਈ, ਢੱਡ ਲਈ, ਮੇਰੇ ਲਈ। ਸਰ ਮੈਨੂੰ ਇੱਕ ਭਾਈਜਾਨ ਦੱਸੋ, ਤਕਰੀਬਨ ਸਾਨੂੰ ਵੀ ਭਾਈ ਮੇਰੇ इलेक्शन से पैसा नहीं लाया। ਇਲੈਕਸ਼ਨ ਅਕਤੂਬਰ ਵਿੱਚ ਹੀ ਹੋਣਾ ਹੈ ਨਾ, ਅਕਤੂਬਰ ਵਿੱਚ ਹੋਣਾ ਹੈ ਜਦੋਂ ਟਰਮ ਪੂਰੀ ਹੋਣੀ ਹੈ। ਕੌਣ ਕਹਿੰਦਾ ਹੈ? ਕਿੱਥੇ ਲਿਖੇ ਹੋਏ ਆ? ਮੈਨੂੰ ਤਾਂ ਅਕਤੂਬਰ ਵਿੱਚ ਹੋਣਗੇ ਭਾਈ। ਇਹ ਇੱਕ ਮਿੰਟ, ਅਕਤੂਬਰ ਵਿੱਚ ਹੋਣਗੇ ਇਹਦੀ ਕੀ ਗਾਰੰਟੀ ਹੈ? ਉਹਨਾਂ ਨੇ ਹੈ ਹੀ ਨਹੀਂ। ਉਹਨਾਂ ਨੇ 3-4 ਦਿਨਾਂ ਬਾਅਦ सवाल ही नहीं पैदा हो सकता कि अगर ये हुकूमत इलेक्शन करवा जाए, अगर अंदर है वो इलेक्शन। सर एक मिनट, ਨੂੰ ਰੋਟੀ ਦੀ ਚਾਹੀਦੀ। सर एक मिनट, ਤੁਹਾਨੂੰ ਇਸ election ਨਾਲ ਕੀ ਲੱਗਿਆ? ਛੱਡ ਦਿਓ। ਮੈਂ ਫਿਰ ਰੋਟੀ ਪਹਿਲੇ ਵੀ ਅੱਲਾਹ ਦੀ ਜ਼ਾਤ ਰੋਟੀ- ਦੇਣ ਵਾਲੀ ਹੈ ਨਾ। ਕੋਈ ਸਿਆਸਤਦਾਨ ਦਿੰਦਾ, ਸਿਆਸਤਦਾਨ ਸਿਰਫ ਇੱਕ ਨਜ਼ਰੀਆ ਦਿੰਦਾ, ਇੱਕ ਸੋਚ ਦਿੰਦਾ। ਰੋਟੀ ਕੋਈ ਕਿਸੇ ਨੂੰ ਨਹੀਂ ਦਿੰਦਾ ਹੁੰਦਾ, ਦੇ ਸਕਦਾ ਕੋਈ ਰੋਟੀ ਕਿਸੇ ਨੂੰ? ਨੋ ਰੱਬ ਨੇ ਦੇਣੀ ਹੈ। ਰੱਬ ਨੇ ਦੇਣੀ ਰਿਸਕ ਦਾ ਵਾਅਦਾ ਇਹਦਾ ਅੱਲਾਹ ਨੇ ਕੀਤਾ। ਮਤਲਬ ਹੈ ਕਿ ਅਸੀਂ ਤਵੱਕੁ ਸਿਰਫ ਰੱਬ ਤੇ ਰੱਖੀਏ, ਲੇਕਿਨ ਸਾਡਾ ਲੀਡਰ ਅੱਛਾ ਹੈਗਾ, ਠੀਕ ਹੈ ਨਾ। ਉਹਨੇ ਇੱਕ ਜਿਹੜਾ ਵਿਜ਼ਨ ਹੈ, ਇੱਕ ਸੋਚ ਦਿੱਤੀ ਹੈ ਨਾ ਅੱਛੀ, ਉਹਦੇ ਮੁਤਾਬਿਕ ਇਹ ਕਹਿੰਦੇ ਨੇ ਜੀ ਇਲੈਕਸ਼ਨ ਹੋਏਗਾ। ਮੈਂ कहना जी जरूरत ही नहीं, अगर बाप मुकाबला नहीं हैगा, इलेक्शन की जरूरत ही नहीं है। ये अपनी हुकूमत करान और गारंटी नाल मैं लिख के देना। ਇਹ ਸਾਡਾ ਪ੍ਰੋਗਰਾਮ ਕਰੰਟ ਅਫੇਅਰ ਤੇ ਚਲਾ ਗਿਆ ਜੇ। ਕਰੰਟ ਅਫੇਅਰ ਜਦੋਂ ਨਵਾਜ਼ ਸ਼ਰੀਫ ਨੂੰ ਐਲ ਕਰਕੇ ਸਾਕਿਬ ਨਿਸਾਰ ਨੇ ਹਾਂ, ਹਾਂ। ਕਿਹਾ ਕਿ ਜ਼ਮਾਨਤ ਨਹੀਂ ਹੋਣੀ ਚਾਹੀਦੀ ਇਲੈਕਸ਼ਨ ਤੋਂ ਪਹਿਲੇ, ਅੱਛਾ। ਉਦੋਂ ਕਹਿੰਦਾ ਇਲੈਕਸ਼ਨ ਸੀ। नहीं वो नाल क्यों होया, क्यों होया? ਤੇ ਆਪਣੇ ਪੁੱਤਰ ਨੂੰ ਤਨਖਾਹ ਨਹੀਂ ਲਈ। ਕਿਹੜੀ ਵਜ੍ਹਾ? ਪੁੱਤਰ ਕਿਹੜੇ ਮੁਲਕ ਦੇ ਵਿੱਚ ਉਹਦਾ ਕਾਰੋਬਾਰ ਕਰਦਾ? ਦੁਬਈ ਵਿੱਚ ਕਰਦਾ ਸੀ, ਪਾਕਿਸਤਾਨ ਦੇ ਵਿੱਚ ਤਾਂ ਨਹੀਂ। ਉਹਦੀ ਫੈਕਟਰੀ ਦੁਬਈ ਹੈਗੀ ਸੀ, ਮੇਰੀ ਗੱਲ ਇੱਥੇ ਤਾਂ ਸੁਣੋ। ਨਹੀਂ ਹੈਗੀ ਸੀ। ਨਹੀਂ ਇੱਥੇ ਵੀ ਹੈਗੇ ਨੇ, ਕਿਉਂ ਨਹੀਂ ਹੈਗੇ? ਮੇਰੀ ਗੱਲ ਸੁਣੋ, ਯਾਰ ਪਰੇਸ਼ਾਨ ਕਰ ਸਾਨੂੰ ਇਹਨਾਂ ਫੈਕਟਰੀਆਂ ਸਾਨੂੰ ਇਹਨਾਂ ਦੀ ਫੈਕਟਰੀਆਂ ਘਰਾਂ ਨਾਲ ਕੀ ਲੱਗੇ, ਮੈਨੂੰ ਗੱਲ ਦੱਸੋ। ਸਰ ਜੀ ਗੱਲ ਇਹ ਹੈਗੀ, ਤੁਹਾਨੂੰ ਰੋਟੀ ਨਾਲ ਕੰਸਲ, ਤੁਹਾਨੂੰ ਰੋਟੀ ਨਹੀਂ ਚਾਹੀਦੀ, ਸਾਨੂੰ ਕੀ ਲੱਗੇ ਭਾਈ? ਭਾਈ ਸਾਹਿਬ ਦੱਸੋ, ਉਹ 190 ਦੱਸੋ ਯਾਰ, ਰਾਤ ਰੋਟੀ ਖਾਣੀ ਕਿ ਸੜਕਾਂ? 190 ਮਿਲੀਅਨ ਜਦੋਂ ਇਹ ਵੱਡੇ ਲੋਕ ਸਿਆਸਤਦਾਨ ਜਿਨ੍ਹਾਂ ਦੀ 17 ਲੱਖ ਰੁਪਏ ਤਨਖਾਹ ਹੈ, 650 ਲੀਟਰ ਤੇਲ ਫਰੀ ਹੈ, ਉਹਨਾਂ ਨੂੰ ਕਾਜਲ ਫਰੀ ਹੈ, ਨੌਕਰ ਫਰੀ ਹੈ, ਉਹ ਲਿਖਾਂਦਾ ਹੈ ਜੀ ਸਾਡੀ ਰੋਟੀ ਤੇ ਉਹ ਖਾਂਦਾ ਨੇ। ਇਹਨਾਂ ਦੀ ਔਕਾਤ ਕਿੱਧਰ ਗਈ? ਸਾਡੇ ਪੈਸੇ ਤੇ ਪਲਣ ਲਿਆ ਜੀ। ਇਹਨਾਂ ਦੀ ਕੀ ਔਕਾਤ ਕੀ ਹੈ? ਰਿਵਾਜ ਦੀ ਜਵਾਜ ਦੀ ਨਾਮ ਸਾਡੀ ਕਮਾਈ ਖਾ ਰਹੇ ਸਾਡਾ ਮਾਲ ਖਾ ਰਹੇ ਨੇ। ਸਾਨੂੰ ਸਬਸਿਡੀ ਰਮਜ਼ਾਨ ਸ਼ਰੀਫ ਦਿੱਤੀ ਗਈ ਹੈ, ਉਹ ਖਤਮ ਹੋ ਗਿਆ ਰਮਜ਼ਾਨ ਸ਼ਰੀਫ। ਹੁਣ ਉਹ ਸਬਸਿਡੀ ਤਾਂ ਵਾਪਸ ਲੈ ਲੈਣ। 550 ਦਾ 600 ਦਾ ਥੈਲਾ ਅਜੇ ਤੱਕ ਉਹ ਮਤਲਬ ਕਿੱਥੇ ਪਹੁੰਚ ਗਿਆ? ਹਾਂ ਸ਼ਰਮ ਵਾਲੀ ਗੱਲ ਹੈ ਯਾਰ, ਇਹਨਾਂ ਨੂੰ ਗੈਰਤ ਨਹੀਂ ਹੁੰਦੀ। ਸਰ ਗੱਲ ਇਹ ਹੈ ਕਿ ਅਗਰ ਫਰਜ਼ ਕਰੋ ਤੁਸੀਂ ਜੋ ਗੱਲ ਕਰ ਰਹੇ ਹੋ ਆਟੇ ਵਾਲੀ, ਸ਼ਰੀਫ ਦਾ ਪੈਕੇਜ ਆਇਆ, 550 ਦਾ ਥੈਲਾ ਹੈਗਾ ਸੀ, 10 ਕਿਲੋ ਦਾ ਆਟੇ ਦਾ। ਕੋਸ਼ਿਸ਼ ਕਰਦੇ ਸਾਂ ਵੀ ਯਾਨੀ ਕਿ ਹੌਸਲਾ ਹੈਗਾ ਸੀ। ਫ੍ਰੀ ਆਟਾ ਦਿੱਤਾ ਗਿਆ। ਫ੍ਰੀ ਆਟਾ ਨਹੀਂ, ਉਹ ਕੂੜਾ ਹੈਗਾ ਸੀ, ਉਹ ਕਚਰਾ ਜਿਹੜਾ ਯੂਕਰੇਨ ਵਿੱਚ ਜਿਹੜਾ ਗੰਦ ਮੰਗਵਾਇਆ ਸੀ। ਉਹ ਜਿਹੜਾ ਆਟੇ ਦਾ ਤੇਲ ਸਾਨੂੰ ਹਾਂਜੀ ਉਹ ਗੰਦ ਹੈਗਾ ਸੀ, ਉਹ ਜਾਨਵਰਾਂ ਦੇ ਖਾਣ ਦੇ ਕਾਬਿਲ ਤਾਂ ਨਹੀਂ ਸੀ ਜਿਹੜੇ ਪਾਕਿਸਤਾਨ ਆਵਾਮ ਨੂੰ ਖਵਾਇਆ ਗਿਆ।
नहीं पता होता सर ਸੁੱਕੇ ਟੁਕੜੇ ਬੰਦੇ ਸੀ हाँ जी यानी कि जेडी गंदम चूहे खा गए सन ਤੁਹਾਨੂੰ याद होएगा सिंध दे अंदर ਅੱਗੂ ਡੰਗਰਾਂ ਨੇ ਨਹੀਂ ਖਾਦਾ ਡੰਗਰਾਂ ਨੇ ਵੀ ਨਹੀਂ ਖਾਦਾ ਡੰਗਰਾਂ ਨੇ ਨਹੀਂ ਖਾਦਾ ਡੰਗਰ ਕਿਤੇ ਖਾਣਗੇ ਸਰ ਤਕਰੀਬਨ ਉਹਨੂੰ 4 ਘੰਟੇ ਲਈ ਸਿਰਫ ਨਾ ਉਹਦੇ ਚ ਭਾਵੇਂ ਕੈਮੀਕਲ ਵੀ ਲੱਗਾ 4 ਘੰਟੇ ਉਹਨੂੰ ਥੋੜੀ ਦੇਰ ਬੰਦ ਕਰ ਦਿਓ ਉਹਨੂੰ ਹਵਾ ਨਾ ਲੱਗੇ ਬੰਦ ਕਰਕੇ ਕੱਢੋਗੇ ਉਹਦੇ ਚ ਕੀੜੇ ਪੈਦਾ ਹੋ ਭੇਜੇ ਨੇ ਪਿੰਡ ਇਹ ਪ੍ਰੈਕਟੀਕਲ ਤਜਰਬਾ ਕੀਤਾ ਔਰ ਵਾਕਿਆ ਇੰਜ ਹੀ ਹੋਇਆ ਆਪਣੇ ਅੱਖਾਂ ਨਾਲ ਹੱਥਾਂ ਨਾਲ ਕੀਤਾ ਭੇਜਾ ਹਲੇ ਹਾਂਜੀ ਤਾਂ ਬਿਲਕੁਲ ਉਹ ਜ਼ਹਿਰ ਹੈਗੀ ਸੀ ਯਾਨੀ ਕਿ ਉਹ ਵੀ ਆਵਾਮ ਨੂੰ ਇਹਨਾਂ ਨੇ ਖਵਾ ਦਿੱਤਾ 3 ਤੋੜੇ ਮਿਲਣਗੇ ਦੱਸੋ ਵੀ ਆਪਣੇ ਮੁਲਕ ਦੀ ਆਬਾਦੀ ਕਿਤਨੀ ਹੈ ਔਰ ਕਿਤਨੇ ਤੋੜੇ ਸਨ ਔਰ ਕਿਤਨੇ ਘਰਾਂ ਨੂੰ ਮਿਲੇ ਹੋਣੇ ਨੇ ਔਰ ਜਿਹੜੀ ਆਵਾਮ ਖਰੀਦ ਕੇ ਖਾ ਰਹੀ ਹੈ ਉਹਦੇ ਮੁਤਾਬਿਕ ਉਸ ਆਵਾਮ ਨੂੰ ਜਿਹੜੇ ਮਿਲੇ ਨੇ 8 ਗੁਣਾ ਜ਼ਿਆਦਾ ਪੈਸਾ ਇਹਨਾਂ ਨੇ ਰਿਕਵਰ ਕੀਤਾ और शायद खान अब्बासी ने कहना कि 20 अरब रुपए की इसे आटे के लैन देन दे हेरा फेरी हो चुकी है ਇਹ ਪੱਕੀ ਗੱਲ ਹੈ हाँ जी उन्होंने खुद बयान दिता ਕਿਨੇ मीडिया ते शायद खान अब्बासी साहब ने अच्छा 20 अरब रुपए का उन्हें करप्शन इस आटे के की गई ਔਰ ਆਪਣੀ ਪਾਰਟੀ ਦੇ ਖਿਲਾਫ ਬਿਆਨ ਦੇਤਾ ਉਹਨਾਂ ਨੇ सर ये तो मैं नहीं कहते ਉਹਦੀ ਕਿਹੜੀ ਪਾਰਟੀ है या हर बंदे का अपना अपना माइंड है अपनी सोच है ਇਹ ਤਾਂ ਬੜੀ ਵੱਡੀ ਗੱਲ ਜੀ वो सर सारा कुछ ओपन दसते हैं लेकिन पता की है थोड़ी बहुत गैरत किसी को आती है ਉਹ ਥੋੜੀ ਦੇਰ ਵਾਸਤੇ ਸਲਿਪ ਹੁੰਦਾ ਹੈ ਫਿਰ ਉਹਨੂੰ ਯਾਦ ਆ ਜਾਂਦਾ ਉਹ ਮੈਂ ਤਾਂ ਪਟਵਾਰੀ ਹੈਗਾ ਜਦੋਂ ਹੁਣ ਇਲੈਕਸ਼ਨ ਦਾ ਟਾਈਮ ਆ ਗਿਆ ਨਾ ਅਗਰ ਫਰਦ ਇਲੈਕਸ਼ਨ ਹੁੰਦੇ ਹੀ ਨੇ ਥੋੜੀ ਦੇਰ ਵਾਸਤੇ ਮੰਨ ਲੈਨੇ ਵਿੱਚੋਂ ਕੱਢ ਦਿੱਤਾ ਜਾਵੇ ਪੀਟੀਆਈ ਨੂੰ ਖਤਮ ਕਰ ਦਿੱਤਾ ਜਾਵੇ ਇਲੈਕਸ਼ਨ ਕਿਹਦੇ ਨਾਲ ਹੋਵੇਗਾ ਸਾਡਾ ਤੁਸੀਂ ਦੱਸੋ ਕੌਣ ਲੜੇਗਾ ਤੁਸੀਂ ਦੱਸੋ ਇਹ ਆਪਸ ਵਿੱਚ ਲੜਨਗੇ ਤੇ ਆਖਿਆ ਸੀ ਕਿ ਸਾਰੇ ਜਿੱਤਨੇ ਚੋਰ ਹੈਗੇ ਨੇ ਯਾਨੀ ਲੁਟੇਰੇ ਜਿਹੜੇ ਹੈਗੇ ਨੇ ਜੋ ਵੀ ਹੈ ਮੈਂ ਕਿਸੇ ਦਾ ਨਾਮ ਹੀ ਨਹੀਂ ਲੈਂਦਾ ਉਹ ਇਕੱਠੇ ਹੋਣਗੇ ਸਾਰੀਆਂ ਪਾਰਟੀਆਂ ਗਈਆਂ ਕਿ ਉਹ ਸਾਰੀਆਂ ਇੱਕੇ ਜਗ੍ਹਾ ਤੇ ਖੜੀਆਂ ਨੇ ਇਲੈਕਸ਼ਨ ਕਿੰਦੇ ਚ ਕਰਾਉਣਾ ਹੈ ਹੁਣ ਰਹਿ ਗਏ ਨੇ ਮੇਰੇ ਮਗਰ ਇਦਾਰੇ ਮੇਰੇ ਇਦਾਰੇ ਨਾਲ ਇਲੈਕਸ਼ਨ ਲੜਨਗੇ ਸਾਨੂੰ ਤੇ ਭਾਜੀ ਦੀ ਰੋਟੀ ਚਾਹੀਦੀ ਹੈ ਬੱਚਿਆਂ ਦੀ ਤਾਲੀਮ ਚਾਹੀਦੀ ਹੈ ਸਾਨੂੰ ਸਿਹਤ ਚਾਹੀਦੀ ਹੈ ਸਾਡੇ ਲਈ ਤੇ ਇੰਪੋਰਟੈਂਟ ਹੈਗਾ ਉਹ ਜੋ ਸਾਨੂੰ ਦੇ ਉਹ ਆਪਾਂ ਨੂੰ ਮਿਲੇਗਾ ਨਹੀਂ ਸਾਨੂੰ ਤੇ ਉਹੀ ਚਾਹੀਦਾ ਨਾ ਹਾਂ ਉਹ ਆਪਾਂ ਨੂੰ ਮਿਲੇਗਾ ਨਹੀਂ ਉਹ ਸਾਰਾ ਹੈ ਉਹ ਮੁਲਕੇ ਪਾਕਿਸਤਾਨ ਨਹੀਂ ਮਿਲ ਤੇ ਸਕਦੀ ਪਾਕਿਸਤਾਨ ਛੱਡ ਦਈਏ ਪਾਕਿਸਤਾਨ ਛੱਡ ਹੀ ਨਹੀਂ ਸਾਡਾ ਇੱਥੇ ਜਾ ਸਾਨੂੰ ਕੌਣ ਬੁਲਾਏਗਾ ਸਰ ਮੈਂ ਥੋੜੇ ਇੱਕ ਮਿੰਟ ਸਰ ਅਸੀਂ ਛੱਡ ਕੇ ਕਿੱਥੇ ਜਾ ਸਕਦੇ ਮੈਂ ਉਹੀ ਤਾਂ ਪੁੱਛਿਆ ਛੱਡ ਦਈਏ ਸਾਡਾ ਮਰਨਾ ਜੀਣਾ ਇੱਥੇ ਹੀ ਹੈ ਹਾਂ ਇਹ ਛੱਡਣਗੇ ਉਹ ਜੀਣਾ ਹੈ ਕਿ ਮਰਨਾ ਹੈ ਦੋਵਾਂ ਚ ਤੈਅ ਕਰ ਲਓ ਪਹਿਲੇ ਸਾਡਾ ਜੀਣਾ ਮਰਨਾ ਇੱਥੇ ਹੀ ਹੈ ਜੀ ਰਹੇ ਹਾਂ ਅਸੀਂ ਨਹੀਂ ਅਸੀਂ ਜੀ ਰਹੇ ਹਾਂ ਸਰ ਅਸੀਂ ਅਜੇ ਤੱਕ ਆਹੋ ਇੱਕ ਗੱਲ ਹੈਗਾ ਆਹੋ ਜਰਮਨੀ ਦੀ ਬਣੀ ਸੀ ਕ੍ਰਿਕਟ ਟੀਮ ਹਾਂ ਟੈਸਟ ਮੈਚ ਹੋਇਆ ਸੀ ਹਿਟਲਰ ਨੇ ਮੈਚ ਦੇਖਿਆ ਸੀ ਤੇ ਜਦੋਂ 5 ਦਿਨਾਂ ਬਾਅਦ ਉਹਨੇ ਪੁੱਛਿਆ ਨਾ ਕੀ ਹੋਇਆ ਉਹਨੇ ਕੁਝ ਨਹੀਂ ਬਰਾਬਰ ਹੋਇਆ ਉਹਨੇ ਕਿਹਾ ਅੱਛਾ ਉਹਨੇ ਕਿਹਾ ਪੂਰੀ ਟੀਮ ਨੂੰ ਸੱਦੋ ਉਹਨੇ ਪੂਰੀ ਟੀਮ ਸੱਦੀ ਉਹਨੇ ਕਿਹਾ ਸਾਰੇ ਉਸ ਦਿਨ ਦੇ ਬਾਅਦ ਉਹਦੀ ਕੋਈ ਟੀਮ ਨਹੀਂ ਬਣੀ ਤੇ ਮੈਂ ਤਾਂ ਇਹੀ ਕਹਿਣਾ ਕਿ ਜਿੰਨੇ ਵੀ ਸਿਆਸਤਦਾਨ ਨੇ ਨਾ ਵੱਡੇ ਵੱਡੇ ਨਵਾਜ਼ ਸ਼ਰੀਫ ਹੈ ਸਰਦਾਰ ਕੋਈ ਵੀ ਹੈ ਇਹਨਾਂ ਨੂੰ ਸਾਰਿਆਂ ਨੂੰ ਸ਼ਰਿਆਮ ਖੜੇ ਕਰਕੇ ਗੋਲੀ ਮਾਰ ਦੇ ਜਿਹੜਾ ਨਵਾਂ ਨਿਕਲੇਗਾ ਇਹਨਾਂ ਨੂੰ ਤਾਂ 1.5 ਸਾਲ ਹੋ ਗਿਆ ਤੇ 1.5 ਸਾਲਾਂ 'ਚ ਪਰਫਾਰਮੈਂਸ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਕਿਹੜੀ ਮੌਤ ਮਾਰਨਾ ਚਾਹੀਦਾ ਹੈ ਉਹਦੇ ਮੁਲਕ ਦੇ ਵਿੱਚ ਤਾਂ ਉਹ ਟੈਸਟ ਦਾ ਮੈਚ ਹੋਇਆ ਸੀ ਸਮਝ ਲਓ 15 ਦਿਨ ਵਾਸਤੇ 10 ਦਿਨਾਂ ਵਾਸਤੇ ਉਹ ਅਕਲਮੰਦ ਸਮਝ ਗਏ ਸਾਨੂੰ 1.5 ਸਾਲ ਹੋ ਗਏ ਇਹਨਾਂ ਦੀ ਜ਼ਲਾਲਤ ਬਰਦਾਸ਼ਤ ਕਰਦੇ ਹੋਏ ਇਹਨਾਂ ਨੇ ਕੀਤਾ ਆਖਿਆ ਕੀ ਸੀ ਕਿ ਅਸੀਂ ਉਹ ਸਾਲ ਐਸ ਹਕੂਮਤ ਦਾ ਐਸ ਪੀਡੀਐਮ ਦੀ ਹਕੂਮਤ ਦਾ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਕੀ ਕੀਤਾ ਹੈ ਅੱਛਾ ਆਖਿਰ ਦੇ ਵਿੱਚ ਹੁਣ ਪ੍ਰੋਗਰਾਮ ਦਾ ਐਂਡ ਹੋ ਗਿਆ ਹੈ ਤੁਹਾਡੇ ਚੋਂ ਕੌਣ ਹਕੂਮਤ ਨੂੰ ਚੰਗਾ ਮਸ਼ਵਰਾ ਦੇ ਸਕਦਾ ਅਸੀਂ ਸਿਰਫ ਇਹ ਕਹਿ ਸਕਦੇ ਹਾਂ ਕਿ ਆਟੇ ਤੋਂ ਸਬਸਿਡੀ ਹੋ ਨਹੀਂ ਸਕਦੀ ਦੇਖੋ ਗੱਲ ਇਹ ਹੈਗੀ ਮਸ਼ਵਰਾ ਦੇਣਾ ਹੈ ਇੱਕ ਮਿੰਟ ਸਰ ਜੀ ਮਸ਼ਵਰਾ ਚਲੋ ਪਹਿਲੇ ਮਸ਼ਵਰਾ ਸੁਣ ਲਓ ਇੱਕ ਮਿੰਟ ਮੇਰੀ ਗੱਲ ਪਹਿਲੇ ਕਹਣਾ ਸੀ ਪਿਛਲੇ ਸਾਲ 2200 ਰੁਪਏ ਮਣ ਐਤਕੀ ਮੈਂ 4000 ਰੁਪਏ ਮਣ ਲਈ ਹੈ ਅਗਰ ਮੈਂ ਇੱਕ ਮਸ਼ਵਰਾ ਦਿਓ ਮਸ਼ਵਰਾ ਇੱਕ ਮਿੰਟ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਗਰ ਫੈਕਟਰੀ ਵਾਲਾ 4000 ਰੁਪਏ ਮਣ ਲੈ ਕੇ ਉਹ 1000 ਰੁਪਏ ਦਾ ਤੋੜਾ ਨਹੀਂ ਦੇ ਸਕਦਾ 10 ਕਿਲੋ ਦਾ ਉਹਨੇ ਜ਼ਾਹਿਰ ਗੱਲ 1500 ਰੁਪਏ ਦੇਣਾ ਤੇ ਉਹਨੂੰ ਲੇਬਰ ਪੈਣੀ ਹੈ ਬਿਜਲੀ ਪੈਣੀ ਹੈ ਤੇ ਉਹ ਇਸ ਤਰ੍ਹਾਂ ਇਹ ਆਟਾ ਸਸਤਾ ਹੋ ਹੀ ਨਹੀਂ ਸਕਦਾ ਜਾਂ ਤਾਂ ਸ਼ੁਰੂ ਤੋਂ ਸਸਤਾ ਕਰਨ ਮਸ਼ਵਰਾ ਕੀ ਹੈ ਸਸਤੀ ਕਰ ਚੀਜ਼ ਕਰਨ ਸਰ ਲੇਕਿਨ ਮੈਂ ਮਸ਼ਵਰਾ ਦੇ ਦਿਓ ਸਰ ਸਿਰਫ ਮੇਰੇ ਮੁਲਕ ਪਾਕਿਸਤਾਨ ਦਾ ਜਿਹੜਾ ਕਾਨੂੰਨ ਹੈ ਨਾ ਉਹਦੀ ਬਾਲਾਦਸਤੀ ਨੂੰ ਬੁਲਾਣਾ ਕੀਤਾ ਜਾਵੇ ਵਾਹ। ਔਰ ਉਹਦਾ ਕੰਮ ਕੀਤਾ ਵਾਹ, ਜਾਵੇ ਬਹੁਤ ਸਾਨੂੰ ਨਾ ਆਟਾ ਚਾਹੀਦਾ ਹੈ, ਨਾ ਇਹ ਸਾਨੂੰ ਦੇ ਸਕਦੇ ਨੇ ਜਿਹੜੇ ਖੁਦ ਮਤਲਬ ਹੈ ਕਿ ਸਾਡੇ ਕੋਲ 5 ਸਾਲਾਂ ਬਾਅਦ ਬਸ ਕਾਨੂੰਨ ਦੀ ਬਾਲਾਦਸਤੀ ਹੋ ਜਾਏ। ਸਕਦੇ ਨੇ ਵੋਟ ਦੀ ਇਹ ਸਵੈਤਪੋਸ਼ ਭਿਕਾਰੀ ਹੈਗੇ ਨੇ ਸਰ ਲੀਡਰ ਨਹੀਂ ਇਹ ਸਵੈਤਪੋਸ਼ ਭਿਕਾਰੀ ਹੈਗੇ ਨੇ ਵੋਟ ਉਹ ਹੁੰਦਾ ਹੈ ਜਿਹੜਾ ਕਿਸੇ ਨੂੰ ਜਾ ਕੇ ਦੇਈਏ ਜਿਹੜਾ ਕਿਸੇ ਦੇ ਦਰਵਾਜ਼ੇ ਜਾ ਕੇ ਮੰਗਣਾ ਹੁੰਦਾ ਉਹ ਭਿਕਾਰੀ ਹੁੰਦਾ ਹੈ ਇਹ 5 ਸਾਲਾਂ ਬਾਅਦ ਮੰਗਦੇ ਨੇ ਅਸੀਂ ਡੇਲੀ ਰੋਜ਼ ਹੈ ਸਾਡੇ ਜਾ ਕੇ ਮੰਗਨੇ ਆ ਅਸੀਂ ਡੇਲੀ ਵਾਲੇ ਆ ਇਹ 5 ਸਾਲਾਂ ਬਾਅਦ ਸਾਡੇ ਕੋਲ ਭੀਖ ਮੰਗਦੇ ਨੇ ਤੇ ਅਸੀਂ ਰੋਜ਼ ਮੰਗਦੇ ਸਿਰਫ ਔਰ ਸਿਰਫ ਜਿਹੜੇ ਸਾਡੇ ਕੰਮ ਹੈਗੇ ਨੇ ਜਿਹੜੇ ਕਾਨੂੰਨ ਪਾਸ ਕਰਦੇ ਨੇ खुदा ਦਾ वास्ता ने कानून की बालादस्ती कर दो। नाज़रीन मैं लेबर तबके के दरमियान में मौजूद था ये वो तबका है जो किसी भी मुल्क के अंदर सबसे अहम होता है किसी मुल्क की तरक्की के लिए सबसे अहम होता है लेबर नहीं होगी मजदूर नहीं होंगे
मिस्त्री नहीं होंगे, पेंटर्स नहीं होंगे तो भाई अच्छी बिल्डिंग नहीं बन सकती, अच्छी इमारतें नहीं तामीर हो सकती, अच्छे घर नहीं बन सकते, अच्छी सड़कें नहीं बन सकती। फिर आप गारों में रहेंगे और सारी ज़िंदगी वहीं पर रहते रहेंगे। लेकिन ये वो तबका है जिसको सबसे ज़्यादा जो मुंतज़िर है हुकूमत की जानिब से इमदाद की भी, हुकूमत की नज़र करम की भी, कि जी हम पे देखा जाए, हम पे गौर किया जाए, हमारे बच्चों पे गौर किया जाए। हम दिहाड़ी रोज़ नहीं लगा पाते हैं तो कोई ना कोई ऐसा मैकेनिज़्म तैयार किया जाए, ऐसा सिस्टम तैयार किया जाए जिसकी वजह से इनका रोज़गार चलता रहे। प्रोग्राम का वक्त यहीं पे ख़त्म होता है। अगले प्रोग्राम तक अपने मेज़बान मोहम्मद आतिफ भट्टी और टीम तमाशा को इजाज़त दीजिए। दुआ में याद रखिएगा। अल्लाह हाफ़िज़।